ਚੁਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸ਼੍ਰੀ ਅਰਜਨ ਸੁਨ ਕਰ ਸਭ ਕਾਰਨ, ਮਾਤੁਲ ਸਤ ਹੈ ਕੀਨ ਉਚਾਰਨ। ਹਮ ਗਰਜੀ ਕਹਿਨੋ ਤਿਜ ਅਰਜੀ, ਅਗਰ ਕਹੋ ਅਗਰ ਕਰੋ ਜਿਮ ਹਵੈ ਤੁਮ ਮਰਜੀ। ਸ਼੍ਰੀ ਅਰਜਨ ਸੁਨ ਕਰ ਸਭ ਕਾਰਨ। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ ਸਤਿਗੁਰੂ ਜੀ, ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਰਮ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਬੈਠੇ ਹੋ। ਗੁਰਬਾਣੀ ਜੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ। ਮਹਾਰਾਜ ਆਪ ਜੀ ਦੀ ਕਥਾ ਸੁਣਨ ਲੱਗੇ ਹਾਂ। ਮਹਾਰਾਜ ਆਪ ਕਿਰਪਾ ਕਰੋ, ਸਾਡੀ ਸੁਰਤ ਨੂੰ ਇਕਾਗਰਤਾ ਦੀ ਦਾਤ ਬਖਸ਼ੋ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਮਹਾਨ ਪਵਿੱਤਰ ਸੁੰਦਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹੋ। ਪਿਆਰ ਨਾਲ ਸਾਰੀਆਂ ਸੰਗਤਾਂ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਜ਼ੂਰ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਬਾਬਾ ਮੋਹਨ ਜੀ ਦੇ ਕੋਲ ਆਏ ਆ। ਬਾਬਾ ਮੋਹਨ ਜੀ ਦੀ ਸਮਾਧੀ ਨਹੀਂ ਸੀ ਖੁੱਲ੍ਹਦੀ ਜੀ। ਭਾਈ ਗੁਰਦਾਸ ਜੀ ਵਾਰੀ ਵੀ ਨਹੀਂ ਖੁੱਲ੍ਹੀ ਅਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਾਰੀ ਵੀ ਨਹੀਂ ਖੁੱਲ੍ਹੀ ਜੀ। ਪਰ ਜਦੋਂ ਮਹਾਰਾਜ ਬੜੀ ਨਿਮਰਤਾ ਦੇ ਨਾਲ ਬਾਬਾ ਮੋਹਨ ਜੀ ਦੇ ਚੁਬਾਰੇ ਵਾਲੀ ਗਲੀ ਦੇ ਵਿੱਚ ਬੈਠ ਕੇ ਤੰਬੂਰਾ ਹੱਥ ਵਿੱਚ ਫੜ ਕੇ ਗੁਰਬਾਣੀ ਦਾ ਕੀਰਤਨ ਕੀਤਾ, ਇੰਨਾ ਜ਼ਿਆਦਾ ਅਸਰ ਪਿਆ, ਬਾਬਾ ਮੋਹਨ ਜੀ ਦੀ ਸਮਾਧੀ ਖੁੱਲ੍ਹ ਗਈ ਜੀ। ਕਿਸੇ ਹੋਰ ਦੇ ਕੋਲੋਂ ਨਹੀਂ ਖੁੱਲ੍ਹੀ ਜੀ। ਮਹਾਰਾਜ ਜੀ ਨੇ ਸ਼ਬਦ ਪੜ੍ਹਿਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਬਾਬਾ ਮੋਹਨ ਜੀ ਨੇ ਇਹ ਸ਼ਬਦ ਸੁਣਿਆ ਜੀ। ਬਾਰੀ ਦੇ ਵਿੱਚੋਂ ਵੇਖਿਆ ਵੀ ਕੌਣ ਗਾ ਰਿਹਾ। ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ, ਕੁਝ ਸਖਤ ਬਚਨ ਬੋਲੇ ਉਹਨਾਂ ਨੇ ਜੀ। ਪਰਖੇਤ ਬੋਲੇ ਵੀ ਇਹ ਕਿੰਨਾ ਕੁ ਵਾਕਈ ਪੂਰੇ ਨੇ। ਜਦੋਂ ਸਖਤ ਬਚਨ ਬੋਲੇ ਤੇ ਗੁਰੂ ਸਾਹਿਬ ਨੇ ਫਿਰ ਤੰਬੂਰੇ ਨਾਲ ਕੀਰਤਨ ਕੀਤਾ। ਮੋਹਨ ਮਹਾਰਾਜ ਨੇ ਉਸ ਸ਼ਬਦ ਵਿੱਚ ਆਖਿਆ, ਮੋਹਨ ਤੇਰੇ ਬਚਨ ਜਿਹੜੇ ਅਨੂਪ ਨੇ, ਰਸਾਲੇ ਨੇ, ਬੜੇ ਸੋਹਣੇ ਨੇ। ਉਹ ਮਹਾਰਾਜ ਦੀ ਸੋਹਣੀ ਬਾਣੀ ਦਾ ਕੀਰਤਨ ਸੁਣਿਆ, ਗੁਰੂ ਜੀ ਦੇ ਅੰਮ੍ਰਿਤ ਬਚਨ ਸੁਣੇ। ਬਾਬਾ ਮੋਹਨ ਜੀ ਦੇ ਹਿਰਦੇ ਤੇ ਤਤਕਾਲ ਹੀ ਅਸਰ ਹੋ ਗਿਆ ਜੀ। ਕੀ ਰੱਖਿਆ ਈਰਖਾ ਵਿੱਚ, ਕੀ ਰੱਖਿਆ ਦਵੈਸ਼ ਵਿੱਚ ਜੀ। ਇਹ ਵਿਚਾਰ ਕਰਕੇ ਬਾਬਾ ਮੋਹਨ ਜੀ ਹੱਥ ਵਿੱਚ ਪੋਥੀਆਂ ਲੈ ਕੇ ਤੇ ਗੁਰੂ ਅਰਜਨ ਸਾਹਿਬ ਜੀ ਕੋ ਆ ਗਏ। ਪੋਥੀਆਂ ਭੇਟਾ ਕੀਤੀਆਂ। ਮਹਾਰਾਜ ਨੇ ਸ਼ਬਦ ਦਾ ਤੀਸਰਾ ਪਦਾ ਉਚਾਰਨ ਕੀਤਾ ਜੀ। ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸਿਰ ਰੱਖ ਦਿੱਤਾ ਜੀ, ਤੇ ਤਾਂ ਨਾ ਚੁੱਕਣ ਜੀ। ਇੰਨੀ ਨਿਮਰਤਾ ਵਿਖਾਈ, ਇੰਨੀ ਨਿਮਰਤਾ ਵਿਖਾਈ। ਤੇ ਬਾਅਦ ਵਿੱਚ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ, ਮਹਾਰਾਜ ਮੈਨੂੰ ਪਤਾ ਲੱਗ ਗਿਆ, ਹੈਗੇ ਤੇ ਤੁਸੀਂ ਭਾਵੇਂ ਮੇਰੇ ਭਾਣਜੇ ਹੋ, ਪਰ ਇਸ ਸਮੇਂ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ। ਕਹਿਣ ਲੱਗੇ। ਬੜੀ ਨਿਮਰਤਾ ਵਿਖਾਈ ਜੀ ਬਾਬਾ ਮੋਹਨ ਜੀ ਨੇ। ਬਾਬਾ ਮੋਹਨ ਜੀ ਨੇ ਇਹ ਵੀ ਆਖਿਆ, ਮਹਾਰਾਜ ਮੈਂ ਤੁਹਾਨੂੰ ਬੜੇ ਸਖਤ ਬੋਲ ਬੋਲੇ ਆ,
ਕਿਰਪਾ ਕਰਕੇ ਮੈਨੂੰ ਬਖਸ਼ ਦਿਓ, ਮੈਨੂੰ ਮੁਆਫ ਕਰ ਦਿਓ। ਆਪਣੇ ਬੋਲ ਜਿਹੜੇ ਬੋਲੇ ਸਨ ਉਹਨਾਂ ਤੋਂ ਸ਼ਰਮਿੰਦਗੀ ਮਹਿਸੂਸ ਹੋਈ ਉਹਨਾਂ ਨੂੰ ਜੀ। ਬੜੀ ਨਿਮਰਤਾ। ਮਹਾਰਾਜ ਸਗੋਂ ਬਾਬਾ ਮੋਹਨ ਜੀ ਦਾ ਆਦਰ ਕਰਦੇ ਆ। ਬਾਬਾ ਮੋਹਨ ਜੀ ਤੁਸੀਂ ਤੇ ਸਾਡੇ ਮਾਮਾ ਜੀ ਹੋ, ਉਮਰ ਵਿੱਚ ਵੀ ਵੱਡੇ ਹੋ, ਤੁਹਾਡੇ ਪਿਤਾ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਹਨ, ਤੁਹਾਡਾ ਮਾਣ ਸਤਿਕਾਰ ਤੇ ਅਸੀਂ ਕਰਨਾ ਹੈ। ਪਰ ਬਾਬਾ ਮੋਹਨ ਜੀ ਇੱਕੋ ਹੀ ਟੱਕ ਇੱਕੋ ਹੀ ਬੇਨਤੀ ਕਰੀ ਜਾਂਦੇ, ਮਹਾਰਾਜ ਮੇਰੇ ਕੋ ਭੁੱਲ ਹੋ ਗਈ, ਮੈਨੂੰ ਮਾਫੀ ਦੇ ਦਿਓ। ਤੇ ਫਿਰ ਤੁਸਾਂ ਨੇ ਸਰਵਣ ਕੀਤਾ ਹੈ ਸੰਗਤ ਜੀ। ਬਾਬਾ ਮੋਹਨ ਜੀ ਨੇ ਕਾਰਨ ਦੱਸਿਆ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਮੈਂ ਦੂਜਿਆਂ ਨੂੰ ਪੋਥੀਆਂ ਕਿਉਂ ਨਹੀਂ ਸੀ ਦਿੱਤੀਆਂ। ਮੇਰੇ ਮਨ 'ਚ ਸ਼ਾਂਤੀ ਨਹੀਂ ਸੀ ਵੱਜਦੀ। ਉਹ ਸ਼ਾਂਤੀ ਉਦੋਂ ਵੱਜਣੀ ਸੀ ਜਦੋਂ ਮੈਂ ਤੁਹਾਡੇ ਦਰਸ਼ਨ ਕਰਕੇ ਤੁਹਾਨੂੰ ਮੱਥਾ ਟੇਕਣਾ ਸੀਗਾ। ਮੇਰੇ ਪਿਤਾ ਜੀ ਦਾ ਬਚਨ ਸੀ ਮੈਨੂੰ ਕਹਿਣ ਲੱਗੇ। ਇਹ ਵੀ ਗੱਲ ਬਾਬਾ ਮੋਹਨ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਆਪ ਉਚਾਰ ਕੇ ਦੱਸੀ, ਬੋਲ ਕੇ ਦੱਸੀ ਜੀ। ਸੋ ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਆ। ਗੋਇੰਦਵਾਲ ਸਾਹਿਬ ਦੇ ਵਿੱਚ ਗਲੀ ਦੇ ਵਿੱਚ ਉਵੇਂ ਹੀ ਬਿਨਾਂ ਕਿਸੇ ਤਲਾਈ ਰਜਾਈ, ਬਿਨਾਂ ਕਿਸੇ ਚਾਦਰ ਦੇ ਮਹਾਰਾਜ ਗਰੀਬ ਨਵਾਜ ਚੌਂਕੜਾ ਮਾਰ ਕੇ ਬੈਠੇ ਹੋਏ ਨੇ ਜੀ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬਾਬਾ ਮੋਹਨ ਜੀ ਹੱਥ ਜੋੜ ਜੋੜ ਕੇ ਮਾਫੀਆਂ ਮੰਗ ਰਹੇ ਨੇ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰੀਏ। ਪਿਆਰ ਨਾਲ ਸਾਰੀਆਂ ਸੰਗਤਾਂ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ। ਹਾਂਜੀ। ਮਾਤੁਲ ਸਤ ਹੈ ਕੀਨ ਉਚਾਰਨ। ਤੇ ਮਹਾਰਾਜ ਹੁਣ ਕਿਰਪਾ ਕਰੋ ਤੇ ਮੈਨੂੰ ਬਖਸ਼ ਲਓ। ਹਾਂਜੀ। ਤੇ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਮੋਹਨ ਜੀ ਦੀ ਗੱਲ ਸੁਣ ਕੇ ਉਹਨਾਂ ਨੂੰ ਅੱਗੋਂ ਇਉਂ ਉੱਤਰ ਦਿੰਦੇ ਆ ਜੀ। ਹਾਂਜੀ। ਹਮ ਗਰਜੀ ਕਹਿਨੋ ਚਿਤ ਅਰਜੀ। ਮਹਾਰਾਜ ਕਹਿਣ ਲੱਗੇ ਠੀਕ ਹੈ ਬਾਬਾ ਮੋਹਨ ਜੀ, ਤੁਸਾਂ ਸਾਨੂੰ ਮੱਥਾ ਟੇਕਿਆ, ਪਰ ਸਾਡੇ ਲਈ ਤੇ ਇਹੋ ਹੀ ਯੋਗ ਬਣਦਾ ਵੀ ਅਸੀਂ ਤੁਹਾਨੂੰ ਨਮਸਕਾਰ ਕਰੀਏ। ਕਹਿਣ ਲੱਗੇ ਤੁਸੀਂ ਗੁਰੂ ਦੇ ਪੁੱਤਰ ਹੋ। ਹਾਂਜੀ। ਅਗਰ ਕਰੋ ਜਿਮ ਹਵੈ ਤੁਮ ਮਰਜੀ। ਅੱਗੋਂ ਜਿਵੇਂ ਤੁਹਾਡੀ ਮਰਜ਼ੀ। ਕਹਿਣ ਲੱਗੇ ਤੁਸੀਂ ਉਵੇਂ ਕਰ ਲਓ, ਅਸੀਂ ਤੁਹਾਨੂੰ ਰੋਕਦੇ ਨਹੀਂ। ਕਹਿਣ ਲੱਗੇ ਪਰ ਬਾਬਾ ਮੋਹਨ ਜੀ ਦਾ ਹਿਰਦਾ ਸ਼ਾਂਤ ਹੋ ਗਿਆ ਜੀ। ਬਾਬਾ ਮੋਹਨ ਜੀ ਦਾ ਮਨ ਸ਼ਾਂਤ ਹੋ ਗਿਆ ਜੀ। ਹਾਂਜੀ। ਹਮ ਹੈ ਅਲਪ ਸਰਬ ਹੀ ਰੀਤੀ। ਹਾਂਜੀ। ਤੁਮ ਵਿਸਾਲ ਚਿਤ ਧਾਰਤ ਪ੍ਰੀਤੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਅੰਦਰੋਂ ਬਚਨ ਬੋਲ ਰਹੇ ਜੀ, ਉੱਤੋਂ ਉੱਤੋਂ ਨਹੀਂ ਜੀ। ਮਹਾਰਾਜ ਕਹਿਣ ਲੱਗੇ ਅਸੀਂ ਤੇ ਛੋਟੇ ਬੰਦੇ ਆ ਕੇ। ਕਹਿਣ ਲੱਗੇ ਆਪ ਰੱਬ ਪਰਮੇਸ਼ਰ ਹੋ ਕੇ ਅਸੀਂ ਤੇ ਹਰ ਪ੍ਰਕਾਰ ਨਾਲ ਤੁਹਾਡੇ ਤੋਂ ਛੋਟੇ ਹੈਗੇ। ਕਹਿਣ ਲੱਗੇ ਤੁਸੀਂ ਵੱਡੇ ਹੋ, ਵੇਖੋ ਕਿੰਨਾ ਪਿਆਰ ਕੀਤਾ। ਕਹਿਣ ਲੱਗੇ ਤੁਸੀਂ ਸਾਨੂੰ। ਹਾਂਜੀ। ਰਾਵਰ ਬਾਕ ਨ ਜਾਏ ਹਟਾਇਓ। ਹਮ ਬਾਲਕ ਕਰ ਜਿਮ ਮਨ ਭਾਇਓ। ਅਸੀਂ ਤੁਹਾਡੇ ਬਚਨਾਂ ਨੂੰ ਮੋੜ ਨਹੀਂ ਸਕਦੇ, ਪਰ ਕਹਿਣ ਲੱਗੇ ਫਿਰ ਵੀ ਤੁਸੀਂ ਉਵੇਂ ਕਰੋ ਜਿਵੇਂ ਤੁਹਾਡਾ ਮਨ ਕਰਦਾ। ਕਹਿਣ ਲੱਗੇ ਅਸੀਂ ਤੇ ਬੱਚੇ ਆਂਗੇ ਤੁਹਾਡੇ ਜੀ। ਸੰਗਤ ਜੀ ਉਵੇਂ ਹੀ ਬੰਦਾ ਨਿਮਰਤਾ ਰੱਖ ਲੈ, ਕੋਈ ਵੱਡੀ ਗੱਲ ਨਹੀਂ ਹੈਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਧਿਆਨ ਨਾਲ ਸੁਣਿਓ। ਉਵੇਂ ਹੀ ਨਿਮਰਤਾ ਰੱਖ ਲੈਣੀ, ਕੋਈ ਵੱਡੀ ਗੱਲ ਨਹੀਂ ਹੈਗੀ ਜੀ। ਹਾਂਜੀ। ਮਹਾਰਾਜ ਬਾਣੀ 'ਚ ਕਹਿੰਦੇ ਤਾਣ ਹੁੰਦੇ ਹੋਏ ਨਿਤਾਣਾ, ਮਾਣ ਹੁੰਦਾ ਹੋਏ ਨਿਮਾਣਾ। ਮਾਣ ਕੋਲ ਹੈ ਫਿਰ ਵੀ ਨਿਮਾਣਾ ਰਹੇ, ਕੋਈ ਵਿਰਲਾ ਹੈਗਾ ਜੀ। ਗੁਰੂ ਅਰਜਨ ਦੇਵ ਮਹਾਰਾਜ ਕਿੰਨੀ ਵੱਡੀ ਪਦਵੀ ਦੇ ਮਾਲਕ ਨੇ, ਫਿਰ ਵੀ ਨਿਮਰਤਾ ਵਾਲੇ ਨੇ ਜੀ। ਇੰਨੀ ਨਿਮਰਤਾ ਕਿੱਥੋਂ ਲੱਭੇਗੀ ਜੀ, ਹੋਰ ਕਿਤੋਂ ਜੀ। ਹਾਂਜੀ। ਸੁਨ ਮੋਹਨ ਪਰ ਮੁਦਤ ਵਿਸਾਲਾ। ਇਹ ਸੁਣ ਕੇ ਬਾਬਾ ਮੋਹਨ ਜੀ ਹੋਰ ਖੁਸ਼ ਹੋਏ ਜੀ ਵੀ ਕਿੰਨੀ ਸਮੱਤ ਹੈ ਇਹਨਾਂ ਦੇ ਵਿੱਚ। ਹੈ ਗੁਰੂ ਹੋ ਕੇ ਵੀ ਕਿੰਨੀ ਨਿਮਰਤਾ ਵਰਤਦੇ ਆ। ਹਾਂਜੀ। ਗੁਰ ਕੇ ਚਰਨ ਪਰਿਓ ਤਿਸ ਕਾਲਾ। ਤੇ ਬਾਬਾ ਮੋਹਨ ਜੀ ਫਿਰ ਸਾਰਿਆਂ ਦੇ ਵੇਖਦਿਆਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਫਿਰ ਸਿਰ ਰੱਖ ਦਿੱਤਾ ਜੀ।
ਦੂਜੀ ਵਾਰੀ ਸਿਰ ਰੱਖਿਆ ਬਾਬਾ ਜੀ ਨੇ ਜੀ। ਹਾਂਜੀ, ਹਾਥ ਜੋਰ ਨਮਰੀ ਅਤ ਭਇਓ। ਫਿਰ ਹੱਥ ਜੋੜ ਲਏ, ਬਾਅਦ ਵਿੱਚ ਉੱਠ ਕੇ ਨਾ ਹੱਥ ਜੋੜ ਲਏ, ਬਹੁਤ ਨਿਮਰਤਾ ਦੇ ਨਾਲ ਬਾਬਾ ਜੀ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਜੀ। ਬਖਸ਼ੋ ਗੁਨਹਿ ਭੂਲ ਜੋ ਗਇਓ। ਮਹਾਰਾਜ ਜਿਹੜੀਆਂ ਮੇਰੇ ਕੋਲ ਭੁੱਲਾਂ ਹੋ ਗਈਆਂ ਬਖਸ਼ ਲਓ ਸੱਚੇ ਪਾਤਸ਼ਾਹ। ਮਹਾਰਾਜ ਮੈਂ ਤੁਹਾਨੂੰ ਬਹੁਤ ਸਖਤ ਬੋਲਿਆ, ਬੋਲਣਾ ਨਹੀਂ ਸੀ ਚਾਹੀਦਾ, ਪਰ ਮਹਾਰਾਜ ਮੈਂ ਬੋਲ ਬੈਠਾ ਹਾਂ। ਹਾਂਜੀ, ਨਮਰ ਭਇਓ ਮਾਤੁਲ ਕੋ ਹੇਰਾ। ਸੱਚੇ ਪਾਤਸ਼ਾਹ ਨੇ ਵੇਖਿਆ ਬਾਬਾ ਮੋਹਨ ਜੀ ਬਹੁਤ ਨਿਮਰਤਾ ਵਿੱਚ ਆ ਗਏ। ਨਿਮਰਤਾ ਵਾਲਾ ਬੰਦਾ ਖੱਟੇਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਬਾਬਾ ਮੋਹਨ ਜੀ ਤਾਂ ਹੋਰ ਨਿਮਰਤਾ ਵਿੱਚ ਆ ਗਏ ਹੈ। ਹਾਂਜੀ, ਸ੍ਰੀ ਅਰਜਨ ਬਰ ਦੇ ਤਿਸ ਬੇਰਾ। ਮਹਾਰਾਜ ਆਪਣੇ ਮਾਮਾ ਜੀ ਨੂੰ, ਭਾਵ ਆਪਣੇ ਮਾਮਾ ਜੀ ਬਾਬਾ ਮੋਹਨ ਜੀ ਨੂੰ ਫਿਰ ਵਰ ਦੇਣ ਲੱਗੇ ਹੈ ਜੀ। ਤੇ ਵਰ ਇਸ ਤਰ੍ਹਾਂ ਨਹੀਂ ਦੇਣਾ, ਵਰ ਬਾਣੀ ਰਾਹੀਂ ਦੇਣਾ ਜੀ। ਹਾਂਜੀ, ਚਤਰਥ ਪਦ ਕੋ ਪੂਰਨ ਕਰਿਓ। ਕੀ ਵਰ ਦਿੱਤਾ ਜੀ? ਉਹ ਸ਼ਬਦ ਦੇ ਚੌਥੇ ਪਦ ਵਿੱਚ ਉਚਾਰਿਆ ਜੀ। ਜਿਹੜਾ ਪਹਿਲਾਂ ਸ਼ੁਰੂ ਕੀਤਾ ਸੀ ਨਾ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਉਹਦਾ ਚੌਥਾ ਪਦ ਮਹਾਰਾਜ ਜੀ ਨੇ ਉਚਾਰਿਆ ਜੀ। ਹਾਂਜੀ, ਮੋਹਨ ਖੇਦ ਸਰਬ ਪਰ ਹਰਿਓ। ਤੇ ਬਸ ਫਿਰ ਬਾਬਾ ਮੋਹਨ ਜੀ ਦੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਮਹਾਰਾਜ ਨੇ ਜੀ। ਹਾਂਜੀ, ਇਹ ਜਿਹੜਾ ਪਦਾ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਮੋਹਨ ਜੀ ਨੂੰ ਵਰ ਦਿੰਦੇ ਨੇ ਜੀ। ਹਾਂਜੀ, ਸ੍ਰੀ ਮੁਖਵਾਕ ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ। ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਬਾਬਾ ਮੋਹਨ ਜੀ ਨੂੰ, ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ। ਬਾਬਾ ਮੋਹਨ ਜੀ ਤੁਸੀਂ ਸਫਲ ਹੋ ਗਏ। ਕਹਿਣ ਲੱਗੇ ਤੁਹਾਡਾ ਜਨਮ ਸਫਲਾ ਹੋ ਗਿਆ, ਕੱਲਾ ਤੁਹਾਡਾ ਹੀ ਨਹੀਂ ਹੋ ਗਿਆ, ਤੁਹਾਡੇ ਪਰਿਵਾਰ ਦਾ ਵੀ ਹੋ ਗਿਆ। ਕਹਿਣ ਲੱਗੇ ਤੇ ਨਾਲ ਮਹਾਰਾਜ ਬਚਨ ਕਰਨ ਲੱਗੇ, ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ। ਬਾਬਾ ਮੋਹਨ ਜੀ ਤੁਸੀਂ ਆਪਣੇ ਪੁੱਤਰ ਨੂੰ ਵੀ ਤਾਰ ਲਿਆ, ਤੁਹਾਡੇ ਮਿੱਤਰ ਵੀ ਤਰ ਗਏ, ਤੁਹਾਡੇ ਰਿਸ਼ਤੇਦਾਰ, ਤੁਹਾਡਾ ਭਰਾ ਵੀ ਤਰ ਗਿਆ। ਕਹਿਣ ਲੱਗੇ ਤੁਹਾਡੀ ਨਿਮਰਤਾ ਕਰਕੇ ਜੀ। ਸਿੱਖ ਨਿਮਰਤਾ ਵਿੱਚ ਆਵੇ, ਮਹਾਰਾਜ ਬੜੇ ਦਿਆਲੂ ਹੈਗੇ ਜੀ। ਭਾਈ ਸੈਦਾ ਮਲਾਹ ਜੀ ਦੀ ਸਾਖੀ ਤੁਸੀਂ ਬੜੀ ਵਾਰੀ ਸੁਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਬੇੜੀ 'ਚ ਬੈਠੇ ਕਲਗੀਧਰ। ਮਹਾਰਾਜ ਕਹਿੰਦੇ ਭਾਈ ਸੈਦੇ ਮਲਾਹ ਕਿੰਨੇ ਪੈਸੇ? ਭਾਈ ਸੈਦਾ ਮਲਾਹ ਨਿਮਰਤਾ 'ਚ ਆ ਗਿਆ, ਮਹਾਰਾਜ ਮੈਂ ਤੁਹਾਡੇ ਕੋਲੋਂ ਕੀ ਪੈਸੇ ਮੰਗਾ? ਮਹਾਰਾਜ ਕਹਿਣ ਲੱਗੇ ਨਹੀਂ ਕੁਝ ਤੇ ਦੱਸੋ। ਕਹਿਣ ਲੱਗਾ ਮਹਾਰਾਜ ਅਸੀਂ ਤੁਹਾਡੇ ਕੋਲੋਂ ਨਹੀਂ ਮੰਗ ਸਕਦੇ, ਹਾਂ ਜੇ ਕਿਰਪਾ ਹੀ ਕਰਨੀ ਹੈ ਮੈਨੂੰ ਤਾਰ ਦਿਓ। ਮਹਾਰਾਜ ਕਹਿੰਦੇ ਸੈਦੇ ਕੱਲੇ ਤੈਨੂੰ ਨਹੀਂ ਤੇਰੀਆਂ 21 ਕੁੱਲਾਂ ਨੂੰ ਤਾਰਿਆ। ਕਹਿਣ ਲੱਗੇ ਜਦੋਂ ਸਤਿਗੁਰੂ ਖੁਸ਼ ਹੁੰਦੇ ਨਾ ਜੀ, ਫਿਰ ਕੱਲਾ ਬੰਦਾ ਹੀ ਨਹੀਂ ਤਾਰਦੇ, ਉਹਦੇ ਆਸੇ ਪਾਸੇ ਵਾਲੇ ਸਾਰੇ ਹੀ ਤਾਰ ਦਿੰਦੇ ਜੀ। ਹਾਂਜੀ, ਤਾਰਿਆ ਜਹਾਨ ਲਹਿਆ ਅਭਿਮਾਨ ਜਿਨੀ ਦਰਸ਼ਨ ਪਾਇਆ। ਹਾਂਜੀ, ਜਿਨੀ ਤੁਧਨੋ ਧਨ ਕਹਿਆ ਤਿੰਨ ਜਮ ਨੇੜ ਨਾ ਆਇਆ। ਹੇ ਬਾਬਾ ਮੋਹਨ ਜੀ ਤੁਸਾਂ ਜਗਤ ਤਾਰ ਦਿੱਤਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਕਹੋਗੇ ਬਾਬਾ ਮੋਹਨ ਜੀ ਨੇ ਜਗਤ ਕਿਵੇਂ ਤਾਰਿਆ? ਸੰਗਤ ਜੀ ਜਗਤ ਦੇ ਉਹ ਜੀਵ ਜਿਹੜੇ ਬਾਬਾ ਮੋਹਨ ਜੀ ਦੇ ਸੰਪਰਕ 'ਚ ਆ ਗਏ ਉਹ ਤਰ ਗਏ ਜੀ। ਹਾਂਜੀ, ਉਹਨਾਂ ਦਾ ਅਭਿਮਾਨ ਦੂਰ ਹੋ ਗਿਆ। ਬਾਬਾ ਮੋਹਨ ਜੀ ਨੇ ਆਪਣਾ ਅਭਿਮਾਨ ਵੀ ਲਾ ਲਿਆ ਨਾ ਜੀ। ਲਹਿਆ ਅਭਿਮਾਨ, ਬਾਬਾ ਮੋਹਨ ਜੀ ਦੇ ਹਿਰਦੇ ਤੋਂ ਅਭਿਮਾਨ ਦੂਰ ਹੋ ਗਿਆ ਜੀ। ਤੇ ਉਹਦਾ ਵੀ ਅਭਿਮਾਨ ਦੂਰ ਹੋ ਗਿਆ ਬਾਅਦ ਵਿੱਚ ਜਿਨੇ ਬਾਬਾ ਮੋਹਨ ਜੀ ਦੇ ਦਰਸ਼ਨ ਕੀਤੇ ਜੀ। ਤੇ ਬਾਬਾ ਮੋਹਨ ਜੀ ਜਿਹੜਾ ਤੁਹਾਨੂੰ ਧੰਨ ਕਹੇਗਾ ਨਾ ਉਹਦੇ ਜੰਮ ਨੇੜੇ ਨਹੀਂ ਆਏਗਾ। ਆਖੋ ਧੰਨ ਬਾਬਾ ਮੋਹਨ ਜੀ। ਧੰਨ ਬਾਬਾ ਮੋਹਨ। ਛੋਟੀ ਹਸਤੀ ਥੋੜੀ ਹੈਗੇ ਜੀ। ਪਰਮੇਸ਼ਰ ਗੁਰੂ ਅਮਰਦਾਸ ਸਾਹਿਬ ਉਹਨਾਂ ਦੇ ਅੱਗੋਂ ਪੁੱਤਰ ਨੇ ਜੀ। ਹਾਂਜੀ, ਬੇਅੰਤ ਗੁਣ ਤੇਰੇ ਕਥੇ ਨਾ ਜਾਹੀ। ਬਾਬਾ ਮੋਹਨ ਜੀ ਤੁਹਾਡੇ ਵਿੱਚ ਕਿੰਨੇ ਗੁਣ ਨੇ? ਕਹਿਣ ਲੱਗੇ
ਗੁਰੂ ਦਾ ਪੁੱਤਰ ਹੋ ਕੇ ਵੀ ਕਿੰਨੀ ਨਿਮਰਤਾ, ਜਪ ਤਪ ਭਜਨ ਬੰਦਗੀ ਸਾਧਨਾ ਵਾਲੇ। ਸੰਸਾਰ ਨਾਲ ਤੁਹਾਨੂੰ ਮੋਹ ਨਹੀਂ ਹੈਗਾ, ਕਾਮ ਨਾਲ ਤੁਹਾਡਾ ਸੰਬੰਧ ਕੋਈ ਨਹੀਂ ਹੈਗਾ। ਕ੍ਰੋਧ ਨੂੰ ਹੁਣ ਤੁਸੀਂ ਆਪਣੇ ਅੰਦਰੋਂ ਦੂਰ ਕੀਤਾ, ਤੁਹਾਡੇ 'ਚ ਤੇ ਬੜੇ ਗੁਣ ਨੇ ਕਹਿਣ ਲੱਗੇ। ਹਾਂਜੀ, ਸਤਿਗੁਰ ਪੁਰਖ ਮੁਰਾਰੇ ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਤੁਸੀਂ ਤੇ ਮੁਰਾਰੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪ੍ਰਾਪਤੀ ਵਾਲੇ ਹੋ, ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਬਿਨਵੰਤ ਨਾਨਕ ਟੇਕ ਰਾਖੀ, ਜਿਤ ਲਗ ਤਰਿਆ ਸੰਸਾਰੇ। ਤੁਸੀਂ ਉਸ ਵਾਹਿਗੁਰੂ ਦੀ ਟੇਕ ਰੱਖੀ ਹੋਈ ਆਪਣੇ ਮਨ 'ਚ, ਜਿਹਦੇ ਨਾਲ ਲੱਗ ਕੇ ਸਾਰਾ ਸੰਸਾਰ ਤਰ ਜਾਂਦਾ ਜੀ। ਹੁਣ ਇਹਦੇ ਦੂਜੇ ਅਰਥ ਵੀ ਸੁਣ ਲਓ ਜੀ। ਦੂਜੇ ਅਰਥ, ਹੇ ਮੋਹਨ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਸਫਲ ਹੋ, ਤੁਹਾਡਾ ਪਰਿਵਾਰ ਵੀ ਸਫਲ ਹੈ। ਪਰਮੇਸ਼ਰ ਦਾ ਪਰਿਵਾਰ ਕੀ ਹੈ? ਗੁਰਸਿੱਖ ਭਗਤ ਸੰਤ ਸਾਧੂ ਸਭ ਰੱਬ ਦਾ ਹੀ ਪਰਿਵਾਰ ਨੇ ਜੀ। ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ। ਹੇ ਵਾਹਿਗੁਰੂ, ਜਿਹੜਾ ਤੁਹਾਡਾ ਨਾਮ ਜਪਦਾ, ਤੁਸੀਂ ਉਹਦੀ ਸਾਰੀ ਕੁੱਲ ਰਿਸ਼ਤੇਦਾਰ ਸਾਰੇ ਤਾਰ ਦਿੰਦੇ ਜੀ। ਹੇ ਵਾਹਿਗੁਰੂ, ਤੁਸੀਂ ਜਹਾਨ ਨੂੰ ਤਾਰਿਆ। ਹੇ ਵਾਹਿਗੁਰੂ, ਜਿਹਨੇ ਤੁਹਾਡੇ ਦਰਸ਼ਨ ਕਰ ਲਏ ਉਹਦਾ ਅਭਿਮਾਨ ਦੂਰ ਹੋ ਗਿਆ। ਹੇ ਵਾਹਿਗੁਰੂ, ਜਿਹੜਾ ਤੁਹਾਨੂੰ ਧੰਨ ਆਖੇਗਾ ਉਹਦੇ ਨੇੜੇ ਜੰਮ ਨਹੀਂ ਆਏਗਾ। ਸੋ ਇਹਦੇ ਅਰਥ ਦੂਜੇ ਬੰਨੇ ਵੀ ਲੱਗ ਜਾਂਦੇ, ਸਾਰੇ ਪਰਮੇਸ਼ਰ ਵਾਲੇ ਪਾਸੇ ਵੀ ਲੱਗਦੇ ਆ ਜੀ। ਹਾਂਜੀ, ਚੌਪਈ ਆਏ ਪ੍ਰਥਮ ਭਾਈ ਗੁਰਦਾਸ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਤੁਹਾਡੇ ਕੋਲ ਪਹਿਲਾਂ ਭਾਈ ਗੁਰਦਾਸ ਜੀ ਆਏ ਪੋਥੀਆਂ ਲੈਣ ਵਾਸਤੇ। ਹਾਂਜੀ, ਸਾਹਿਬ ਬੁੱਢਾ ਤੁਮਰੇ ਪਾਸ। ਫਿਰ ਬਾਬਾ ਬੁੱਢਾ ਸਾਹਿਬ ਜੀ ਆਏ ਜੀ। ਵੇਖ ਲਓ, ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਵੀ ਸਾਹਿਬ ਕਹਿੰਦੇ ਜੀ। ਬਾਬਾ ਬੁੱਢਾ ਸਾਹਿਬ ਜੀ ਆਏ ਕਹਿਣ ਲੱਗੇ। ਹਾਂਜੀ, ਜਿਨ ਕੋ ਮਾਨ ਤਿਨ ਕੋ ਮਾਨ, ਹਰਿਓ ਨਹਿ ਦੀਨ। ਹਾਂਜੀ, ਸੋ ਪੋਥੀ ਸਭ ਹਮ ਲੈ ਲੀਨ। ਕਹਿਣ ਲੱਗੇ, ਬਾਬਾ ਜੀ ਤੁਸੀਂ ਉਹਨਾਂ ਨੂੰ ਤੇ ਪੋਥੀਆਂ ਨਹੀਂ ਦਿੱਤੀਆਂ, ਪਰ ਸਾਡੇ ਤੇ ਕਿਰਪਾ ਕੀਤੀ, ਸਾਨੂੰ ਦੇ ਦਿੱਤੀਆਂ। ਕਹਿਣ ਲੱਗੇ, ਕਿੰਨੀ ਨਿਮਰਤਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਵਿੱਚ। ਹਾਂਜੀ, ਜਿਸ ਲਗ ਜਗਤ ਸਿਮਰ ਸਤਨਾਮੂ। ਹਾਂਜੀ, ਹੋਏ ਉਧਾਰ ਪਾਏ ਸੁਖ ਧਾਮੂ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਜਿੰਨਾ ਚਿਰ ਤੱਕ ਇਹ ਜੀਵ ਹੈ, ਵਾਹਿਗੁਰੂ ਜਿੰਨਾ ਚਿਰ ਤੱਕ ਇੱਕ ਜਗਤ ਹੈ, ਜਿਹੜਾ ਜਿਹੜਾ ਤੁਹਾਡਾ ਨਾਮ ਸੁਣੇਗਾ ਤੇ ਵਾਹਿਗੁਰੂ ਜੀ ਦਾ ਜਪੇਗਾ ਨਾਮ, ਉਹਦਾ ਉਧਾਰ ਹੋਏਗਾ। ਕਹਿਣ ਲੱਗੇ, ਤੁਹਾਡੀ ਕਰਨੀ ਵੱਡੀ। ਕਹਿਣ ਲੱਗੇ। ਹਾਂਜੀ, ਸ੍ਰੀ ਮੋਹਨ ਤੁਮ ਧੰਨ ਮਹਾਨਾ। ਹੇ ਬਾਬਾ ਮੋਹਨ ਜੀ ਤੁਸੀਂ ਮਹਾਨ ਹੋ। ਬਾਬਾ ਮੋਹਨ ਜੀ ਤੁਸੀਂ ਧੰਨ ਹੋ। ਕਹਿਣ ਲੱਗੇ, ਪਿਆਰ ਨਾਲ ਕਹੋ, ਧੰਨ ਧੰਨ ਬਾਬਾ ਮੋਹਨ ਜੀ। ਧੰਨ ਧੰਨ ਬਾਬਾ ਮੋਹਨ ਜੀ। ਹਾਂਜੀ, ਗੁਰਬਾਣੀ ਗੁਰਬਾਣੀ ਕੀਨਸ ਇੱਕ ਥਾਨਾ। ਗੁਰਬਾਣੀ ਦਾ ਖਜ਼ਾਨਾ ਤੁਸੀਂ ਸਾਂਭ ਕੇ ਰੱਖਿਆ। ਕਹਿਣ ਲੱਗੇ, ਇੱਕ ਜਗ੍ਹਾ ਤੇ ਸਾਂਭ ਕੇ ਰੱਖਿਆ, ਤੁਸੀਂ ਧੰਨ ਹੋ। ਕਹਿਣ ਲੱਗੇ। ਹਾਂਜੀ, ਲੋਕ ਹਜ਼ਾਰਨ ਪਰ ਉਪਕਾਰੀ। ਇਹ ਲੋਕ ਹਜ਼ਾਰਨ ਪਰ ਉਪਕਾਰੀ, ਹਜ਼ਾਰਾਂ ਲੋਕਾਂ ਤੇ ਤੁਹਾਡਾ ਪਰ ਉਪਕਾਰ ਹੈ। ਕਹਿਣ ਲੱਗੇ। ਹਾਂਜੀ, ਪਟਹਿ ਸੁਨਹਿ ਉਤਰਹਿ ਭਵ ਪਾਰੀ। ਹੁਣ ਇਸ ਬਾਣੀ ਨੂੰ ਅਸੀਂ ਬੀੜ 'ਚ ਲਿਖ ਦੇਣਾ, ਜਿਹੜਾ ਪੜ੍ਹੇਗਾ ਸੁਣੇਗਾ ਭਵ ਸਾਗਰ ਤੋਂ ਪਾਰ ਹੋਏਗਾ। ਕਹਿਣ ਲੱਗੇ, ਇਹ ਤੁਹਾਡਾ ਪਰ ਉਪਕਾਰ, ਤੁਸੀਂ ਬਾਣੀ ਸਾਂਭ ਕੇ ਰੱਖੀ। ਕਹਿਣ ਲੱਗੇ। ਹਾਂਜੀ, ਮਹਾਪੁਰਖ ਕੋ ਜਗ ਮਹਿ ਹੋਵਨ, ਹਾਂਜੀ, ਪਰ ਉਪਕਾਰ ਹੇਤ ਦੁਖ ਤੇ ਖੋਵਨ। ਵੇਖੋ ਨਾਲ ਮਹਾਰਾਜ ਕਿੰਨਾ ਮਾਣ ਦਿੰਦੇ ਬਾਬਾ ਮੋਹਨ ਜੀ ਨੂੰ। ਕਹਿੰਦੇ ਕਰੋ ਵੀ ਗੇ ਵੀ ਕਿਉਂ ਨਹੀਂ, ਜਿਹੜੇ ਮਹਾਂਪੁਰਖ ਹੁੰਦੇ ਆ ਨਾ, ਉਹ ਜਗਤ ਤੇ ਉਪਕਾਰ ਕਰਨ ਹੀ ਆਉਂਦੇ ਨੇ। ਤੁਸੀਂ ਤੇ ਮਹਾਂਪੁਰਖ ਹੋ। ਕਹਿਣ ਲੱਗੇ, ਦੁਨੀਆ ਦਾ ਦੁੱਖ ਦੂਰ ਕਰਨ ਵਾਸਤੇ ਬਾਣੀ ਸਾਂਭ ਕੇ ਰੱਖੀ ਤੁਸੀਂ। ਮਤਲਬ ਕਹਿਣ ਦਾ ਮਤਲਬ ਇਹ ਹੈ, ਗੁਰੂ ਅਰਜਨ ਦੇਵ ਮਹਾਰਾਜ ਕਿੰਨਾ ਵੇਖੋ ਨਿਮਰਤਾ ਵਿੱਚ ਰਹਿ ਕੇ ਦੂਜੇ ਨੂੰ ਵਡਿਆਈ ਦੇ ਰਹੇ ਨੇ ਜੀ। ਤੇ ਬੰਦਾ ਪਤਾ ਕੀ ਕਰਦਾ ਜੀ? ਬੰਦਾ ਕਹਿੰਦਾ ਮੇਰੀ ਵਡਿਆਈ ਹੋਵੇ, ਜਿੰਨੀ ਹੋ ਸਕਦੀ ਮੈਂ ਦੂਜੇ ਦੀ ਬੇਇੱਜ਼ਤੀ ਕਰਾਂ, ਮੈਂ ਬੇਇੱਜ਼ਤੀ ਕਰਾਂ ਜੀ। ਹਾਂਜੀ, ਸੁਨ ਮੋਹਨ ਹੋਏ ਸਰਲ ਉਚਾਰੀ। ਬਾਬਾ ਮੋਹਨ ਜੀ ਹੋਰ ਨਿਮਰਤਾ ਵਿੱਚ ਤੇ ਸਰਲ ਹੋ ਕੇ ਨਾ ਅੱਗੋਂ ਮਹਾਰਾਜ ਨੂੰ ਕਹਿਣ ਲੱਗੇ ਜੀ।
ਹਾਂਜੀ। ਅਬ ਮੈਂ ਆਇਸ ਚਾਹੂੰ ਤੁਮਾਰੀ। ਹੇ ਸੱਚੇ ਪਾਤਸ਼ਾਹ, ਹੁਣ ਮੈਂ ਤੁਹਾਡੀ ਆਗਿਆ ਚਾਹੁੰਦਾ ਮਹਾਰਾਜ। ਹਾਂਜੀ। ਹੋਏ ਦਾਸ ਅਬ ਸੰਗ ਚਲੈ ਹੂੰ। ਮਹਾਰਾਜ, ਹੁਣ ਮੈਂ ਗੋਇੰਦਵਾਲ ਸਾਹਿਬ 'ਚ ਨਹੀਂ ਰਹਿਣਾ, ਤੁਹਾਡਾ ਸੇਵਕ ਬਣ ਕੇ ਤੁਹਾਡੇ ਨਾਲ ਹੀ ਜਾਣਾ ਕਹਿਣ ਲੱਗੇ। ਅਪਰਨ ਸਮ ਤਹ ਸੇਵਕ ਮੈਂ ਹੂੰ। ਮਹਾਰਾਜ, ਜਿੱਧਰ ਜਿੱਧਰ ਆਪ ਜੀ ਜਾਓਗੇ ਉਧਰ ਉਧਰ ਮੈਂ ਨਾਲ ਜਾਵਾਂਗਾ ਸੱਚੇ ਪਾਤਸ਼ਾਹ। ਔਰ ਮਹਾਰਾਜ, ਆਮ ਸੇਵਕਾਂ ਦੀ ਤਰ੍ਹਾਂ ਤੁਹਾਡੀ ਸੇਵਾ ਕਰਿਆ ਕਰਾਂਗਾ। ਬੜਾ ਚਿਰ ਮਹਾਰਾਜ ਮੈਂ ਬੈਠਾ ਰਿਹਾ ਹੋਵੇਂ, ਹੁਣ ਮਹਾਰਾਜ ਮੇਰਾ ਜੀ ਕਰਦਾ ਹੈ ਮੈਂ ਆਪ ਜੀ ਦੀ ਸੇਵਾ ਕਰਾਂ। ਸਾਧ ਸੰਗਤ ਜੀ, ਇਹ ਕਾਹਦਾ ਅਸਰ ਪਿਆ ਹੈ? ਇਹ ਮਹਾਰਾਜ ਜੀ ਦੇ ਮੁਖੋਂ ਬਾਣੀ ਸੁਣ ਕੇ ਅਸਰ ਪਿਆ ਜੀ ਸਾਰਾ ਜੀ। ਹਾਂਜੀ। ਰਹੋ ਸਮੀਪ ਚਰਨ ਅਰਬਿੰਦਾ। ਵੇਖ ਲੋ ਬਾਬਾ ਮੋਹਨ ਜੀ ਕਿੰਨੀ ਨਿਮਰਤਾ ਵਿੱਚ ਆਏ ਹੋਏ ਆ। ਬਾਬਾ ਮੋਹਨ ਜੀ ਹੱਥ ਜੋੜ ਕੇ ਮਹਾਰਾਜ ਨੂੰ ਕਹਿ ਰਹੇ, ਮਹਾਰਾਜ ਹੁਣ ਮੇਰੇ ਤੇ ਕਿਰਪਾ ਕਰਿਓ, ਆਪਣੇ ਨੇੜੇ ਰੱਖਿਓ ਮਹਾਰਾਜ। ਮਹਾਰਾਜ, ਮੈਂ ਤੁਹਾਡੇ ਚਰਨਾਂ ਦੇ ਨੇੜੇ ਹੀ ਰਵਾਂਗਾ। ਹਾਂਜੀ। ਇਮ ਕਹਿ ਬਾਡਿਓ ਪ੍ਰੇਮ ਬਿਲੰਦਾ। ਇਹ ਕਹਿ ਕੇ ਨਾ ਬਾਬਾ ਮੋਹਨ ਜੀ ਦਾ ਗਲਾ ਰੁਕ ਗਿਆ ਜੀ। ਬੈਰਾਗ ਹੋ ਗਿਆ ਨਾ ਉਹਨਾਂ ਨੂੰ, ਨੇਤਰਾਂ 'ਚ ਜਲ ਆ ਗਿਆ, ਗਲਾ ਰੁਕ ਗਿਆ। ਇਹੋ ਬੇਨਤੀਆਂ ਕਰਦੇ ਆ, ਹੇ ਗੁਰੂ ਅਰਜਨ ਸਾਹਿਬ ਹੁਣ ਮੇਰੇ ਤੇ ਕਿਰਪਾ ਕਰਿਓ ਮਹਾਰਾਜ, ਮੈਨੂੰ ਆਪ ਆਪਣੇ ਚਰਨਾਂ ਤੋਂ ਨਾ ਵਿਛੋੜਿਓ ਮਹਾਰਾਜ। ਮਹਾਰਾਜ ਆਪ ਮੇਰੇ ਤੇ ਕਿਰਪਾ ਕਰਿਓ, ਮੈਨੂੰ ਆਪਣੇ ਚਰਨਾਂ ਵਿੱਚ ਰੱਖਿਓ। ਸਾਗਰ ਸਮ ਉਛਰਿਓ ਉਰ ਮਾਹੀ। ਕਹਿਣ ਲੱਗੇ ਫਿਰ ਜਿਵੇਂ ਸਾਗਰ ਹੈ, ਉਹਦੇ ਵਿੱਚ ਇੱਕਦਮ ਲਹਿਰਾਂ ਦਾ ਉਛਾਲਾ ਵੱਜਦਾ ਹੈ ਨਾ, ਇਸੇ ਤਰ੍ਹਾਂ ਬਾਬਾ ਮੋਹਨ ਜੀ ਦੇ ਅੰਦਰ ਪ੍ਰੇਮ ਦਾ ਉਛਾਲਾ ਵੱਜਿਆ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਇਹ ਜਿਹੜਾ ਪ੍ਰੇਮ ਦਾ ਉਛਾਲਾ ਹੈ ਨਾ, ਇਹ ਕਈ ਵਾਰੀ ਸਾਡੇ ਅੰਦਰ ਵੀ ਵੱਜਦਾ ਹੈ ਜੀ। ਕਿਵੇਂ ਵੱਜਦਾ ਹੈ? ਅੱਜ ਮੈਂ ਇੰਨੀ ਬਾਣੀ ਪੜ੍ਹਨੀ ਹੈ, ਅੱਜ ਮੈਂ ਮਹਾਰਾਜ ਜੀ ਦੇ ਚੌਰ ਸਾਹਿਬ ਹੀ ਕਰੀ ਜਾਣਾ ਹੈ, ਅੱਜ ਮੈਂ ਮਹਾਰਾਜ ਜੀ ਦੀ ਸੇਵਾ ਕਰਨੀ ਹੈ, ਅੱਜ ਮੈਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾ ਕੇ ਉੱਥੇ ਸੇਵਾ ਕਰਨੀ ਹੈ। ਇਹਨੂੰ ਕਹਿੰਦੇ ਪ੍ਰੇਮ ਦਾ ਉਛਾਲਾ ਵੱਜਣਾ ਜੀ। ਬਾਬਾ ਜੀ ਦੇ ਅੰਦਰ ਇੱਕਦਮ ਪ੍ਰੇਮ ਦਾ ਉਛਾਲਾ ਵੱਜਿਆ। ਪ੍ਰੇਮ ਦੇ ਉਛਾਲੇ ਵਿੱਚ ਆ ਕੇ ਮਹਾਰਾਜ ਨੂੰ ਕਹਿ ਰਹੇ ਹਨ, ਮਹਾਰਾਜ ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਵਿੱਚ ਹੀ ਰੱਖਿਓ। ਹਾਂਜੀ। ਪੂਰਨ ਚੰਦ ਗੁਰੂ ਪਿਖ ਤਾਹੀ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਉਹ ਜਿਹੜਾ ਉਛਾਲਾ ਵੱਜਦਾ ਹੈ ਨਾ ਸਾਗਰ ਵਿੱਚ, ਜਦੋਂ ਸਾਗਰ ਚੰਦ ਨੂੰ ਵੇਖਦਾ, ਇੱਕ ਮਨੌਤ ਹੈ, ਉਦੋਂ ਉਹਦੇ ਅੰਦਰ ਉਛਾਲਾ ਵੱਜਦਾ। ਕਹਿੰਦੇ ਬਾਬਾ ਜੀ ਨੇ ਕਿਹੜੇ ਚੰਦ ਨੂੰ ਵੇਖਿਆ? ਬਾਬਾ ਜੀ ਨੇ ਗੁਰੂ ਅਰਜਨ ਸਾਹਿਬ ਰੂਪੀ ਚੰਦ ਦੇ ਦਰਸ਼ਨ ਕੀਤੇ ਨੇ। ਉਹ ਫਿਰ ਉਛਾਲਾ ਹਿਰਦੇ ਵਿੱਚ ਵੱਜ ਗਿਆ, ਪ੍ਰੇਮ ਹਿਰਦੇ ਵਿੱਚ ਪੈਦਾ ਹੋ ਗਿਆ। ਤੇ ਦਾਸ ਬੇਨਤੀ ਕਰੇ, ਇੱਕ ਘੜੀ ਦਾ ਵੀ ਜਿਹੜਾ ਪ੍ਰੇਮ ਹੈ ਨਾ, ਸੱਚਾ ਬੰਦੇ ਦੇ ਹਿਰਦੇ ਵਿੱਚ ਪੈਦਾ ਹੋ ਜਾਵੇ, ਜਨਮ ਮਰਨ ਤੋਂ ਰਹਿਤ ਕਰ ਦਿੰਦਾ ਹੈ ਬੰਦੇ ਨੂੰ। ਕਿਉਂਕਿ ਇਹ ਕਿਸੇ ਵਿਅਕਤੀ ਨਾਲ ਪ੍ਰੇਮ ਨਹੀਂ ਹੈ, ਇਹ ਸਤਿਗੁਰੂ ਜੀ ਦੇ ਨਾਲ ਪ੍ਰੇਮ ਹੈ। ਹਾਂਜੀ। ਗਦ ਗਦ ਗਿਰਾ ਨੇਤਰ ਜਲ ਛਾਵਾ। ਬਾਬਾ ਮੋਹਨ ਜੀ ਗਦ ਗਦ ਬਾਣੀ ਹੋ ਗਈ ਹੈ, ਨੇਤਰਾਂ ਵਿੱਚੋਂ ਜਲ ਆ ਰਿਹਾ, ਬੈਰਾਗ ਆ ਰਿਹਾ, ਸਾਰੇ ਦੇਖ ਰਹੇ ਹਨ ਬਾਬਾ ਜੀ ਨੂੰ। ਦੇਹ ਰੋਮ ਹਰਖਣ ਹੋਏ ਆਵਾ। ਕਹਿਣ ਲੱਗੇ ਸਰੀਰ ਦਾ ਰੋਮ ਰੋਮ ਜਿਹੜਾ ਹੈ ਨਾ, ਉਹ ਖਿੜਿਆ ਹੋਇਆ ਸੀਗਾ ਪ੍ਰੇਮ ਦੇ ਉਛਾਲੇ ਵਿੱਚ। ਸਾਹਮਣੇ ਕੌਣ ਬੈਠਾ ਹੈ? ਸਾਹਮਣੇ ਆਪ ਪ੍ਰਤੱਖ ਸੱਚੇ ਪਾਤਸ਼ਾਹ, ਪ੍ਰਤੱਖ ਰੱਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਹੋਏ ਹਨ। ਹਾਂਜੀ। ਲਖਿਓ ਪ੍ਰੇਮ ਤੇ ਬਿਹਬਲ ਭਾਰੀ। ਮਹਾਰਾਜ ਨੇ ਦੇਖਿਆ ਬਾਬਾ ਮੋਹਨ ਜੀ ਪ੍ਰੇਮ ਵਿੱਚ ਬੇਬਲ ਹੋ ਗਏ ਹਨ। ਇੰਨਾ ਜ਼ਿਆਦਾ ਹਿਰਦੇ 'ਚ ਪ੍ਰੇਮ ਆ ਗਿਆ, ਪ੍ਰੇਮ ਨੇਤਰਾਂ ਦੇ ਵਿੱਚੋਂ ਜਲ ਬਣ ਕੇ ਬਾਹਰ ਆ ਰਿਹਾ ਹੈ। ਪ੍ਰੇਮ ਪਤਾ ਲੱਗ ਰਿਹਾ। ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਬਾਬਾ ਜੀ ਤਾਂ ਪ੍ਰੇਮ ਵਿੱਚ ਬੇਬਲ ਹੋ ਗਏ ਹਨ। ਸ਼੍ਰੀ ਅਰਜਨ ਤਬ ਗਿਰਾ ਉਚਾਰੀ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਆਪ ਆਪਣੇ ਮੁਖ ਤੋਂ ਬਚਨ ਕਰਨ ਲੱਗੇ ਜੀ। ਹਾਂਜੀ। ਮੋਹਨ ਮਾਤੁਲ ਜੀ ਤੁਮ ਸਿਆਣੇ। ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਮਾਮਾ ਜੀ ਤੁਸੀਂ ਤਾਂ ਸਾਡੇ ਤੋਂ ਸਿਆਣੇ ਹੋ ਕਹਿਣ ਲੱਗੇ। ਹਾਂਜੀ। ਪੂਰਨ ਗੁਣਨ ਮਹਾਨ ਸੋ ਗਿਆਨੇ। ਤੁਸੀਂ ਗੁਣਾਂ ਵਿੱਚ ਵੀ ਪੂਰਨ ਹੋ, ਬਹੁਤ ਸਿਆਣੇ ਹੋ, ਉਮਰ ਵਿੱਚ ਵੀ ਸਾਥੋਂ ਵੱਡੇ ਹੋ। ਹਾਂਜੀ।
ਬੀਚ ਚੁਬਾਰੇ ਧਰਹੁ ਸਮਾਦ। ਤੁਹਾਨੂੰ ਸਾਡੇ ਲਾਗੇ ਰਹਿਣ ਦੀ ਹੁਣ ਜ਼ਰੂਰਤ ਨਹੀਂ ਹੈ, ਤੁਸੀਂ ਅੱਠੇ ਪੈਰ ਸਾਡੇ ਹਿਰਦੇ ਵਿੱਚ ਹੀ ਹੋ ਕਹਿਣ ਲੱਗੇ। ਹੁਣ ਤੁਸੀਂ ਕੀ ਕਰਨਾ ਹੈ? ਜਿਵੇਂ ਪਹਿਲਾਂ ਸਮਾਧੀ ਲਾ ਕੇ ਭਜਨ ਦਾ ਆਨੰਦ ਮਾਣਦੇ ਸੀ ਨਾ, ਉਵੇਂ ਹੁਣ ਫਿਰ ਜਾਓ ਚੁਬਾਰੇ ਦੇ ਵਿੱਚ ਸਮਾਧੀ ਲਾ ਕੇ ਬੈਠ ਜਾਓ ਕਹਿਣ ਲੱਗੇ। ਹਾਂਜੀ, ਸਾਧਹੁ ਦਿਨ ਪ੍ਰਤ ਅਗਮ ਅਗਾਧ। ਸਾਧਨਾ ਕਰੋ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਉਸ ਅਗਮ ਅਗਾਧ ਵਾਹਿਗੁਰੂ ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਸ ਅਗਮ ਅਗਾਧ ਵਾਹਿਗੁਰੂ ਦੀ ਕਹਿਣ ਲੱਗੇ ਭਗਤੀ ਕਰੋ ਜਾ ਕੇ, ਸਾਧਨਾ ਕਰੋ ਜਾ ਕੇ, ਚੌਂਕੜਾ ਮਾਰੋ, ਭਜਨ ਕਰੋ, ਤੁਸੀਂ ਸਾਡੇ ਨਾਲ ਹੀ ਹੋ। ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਬਾ ਮੋਹਨ ਜੀ ਪੁੱਛਦੇ ਆ, ਮਹਾਰਾਜ ਮੈਂ ਕੀ ਜਾਪ ਕਰਾਂ? ਮਹਾਰਾਜ ਦਾ ਅਸੀਂ ਵੀ ਕਹਿੰਦੇ ਆ ਨਾ, ਮਹਾਰਾਜ ਕਾਹਦਾ ਜਾਪ ਕਰੀਏ? ਭਾਈ ਸਾਹਿਬ ਜਪਜੀ ਸਾਹਿਬ ਦੇ ਪਾਠ ਕਰੀਏ ਜਾਂ ਸੁਖਮਨੀ ਸਾਹਿਬ ਜੀ ਦੇ ਕਰੀਏ? ਮੂਲ ਮੰਤਰ ਦਾ ਜਾਪ ਕਰੀਏ ਜਾਂ ਗੁਰਮੰਤਰ ਦਾ ਕਰੀਏ? ਬਾਬਾ ਮੋਹਨ ਜੀ ਨੇ ਵੀ ਮਹਾਰਾਜ ਜੀ ਨੂੰ ਪੁੱਛਿਆ। ਹਾਂਜੀ, ਸ੍ਰੀ ਨਾਨਕ ਕੋ ਮੰਤਰ ਜਪੀਜਹਿ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਬਾਬਾ ਜੀ, ਮਾਮਾ ਜੀ, ਜਿਹੜਾ ਮੰਤਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖਾਂ ਨੂੰ ਦਿੱਤਾ, ਸਿੱਖਾਂ ਦੇ ਭਲੇ ਵਾਸਤੇ ਦਿੱਤਾ, ਉਸੇ ਮੰਤਰ ਦਾ ਤੁਸੀਂ ਵੀ ਜਾਪ ਕਰੋ ਕਹਿਣ ਲੱਗੇ। ਉਹ ਮੰਤਰ ਕਿਹੜਾ ਹੈ? ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਇਹਦਾ ਜਾਪ ਕਰੋ ਕਹਿਣ ਲੱਗੇ। ਹਾਂਜੀ, ਉਦਰਹੁ ਆਪ ਬੰਸ ਉਦਰੀਜਹਿ। ਆਪਣਾ ਵੀ ਉਧਾਰ ਕਰਾਓਗੇ, ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰਾਓਗੇ ਕਹਿਣ ਲੱਗੇ। ਹਾਂਜੀ, ਹਮ ਦਿਸ਼ ਦਇਆ ਕਰਤ ਨਿਤ ਰਹੀ ਹੈ। ਕਿੰਨੀ ਨਿਮਰਤਾ ਮਹਾਰਾਜ ਜੀ ਵਿੱਚ। ਮਹਾਰਾਜ ਕਹਿਣ ਲੱਗੇ ਸਾਡੇ ਤੇ ਦਇਆ ਹੀ ਰੱਖਿਓ ਰੋਜ਼ ਕਹਿਣ ਲੱਗੇ। ਨਾਮ ਜਪੋ ਪਰਮੇਸ਼ਰ ਦਾ, ਸਾਡੇ ਤੇ ਦਇਆ ਰੱਖਿਓ ਕਹਿਣ ਲੱਗੇ, ਸਾਡੇ ਪਾਸੇ। ਹਾਂਜੀ, ਇਸ ਹੀ ਥਲ ਹਮਰੀ ਸੁਧ ਲਹੀ ਹੈ। ਇੱਥੇ ਬੈਠਿਆਂ ਹੀ ਸਾਡੀ ਖਬਰਸਾਰ ਲਿਆ ਕਰੋ ਕਹਿਣ ਲੱਗੇ। ਹਾਂਜੀ, ਆਗਿਆ ਮਾਨੀ ਮੋਹਨ ਸੋਈ। ਹੁਣ ਬਾਬਾ ਮੋਹਨ ਜੀ ਨੇ ਅੱਗੋਂ ਜਿੱਦ ਨਹੀਂ ਕੀਤੀ ਜੀ। ਕਿਉਂ? ਬਾਬਾ ਮੋਹਨ ਜੀ ਨੂੰ ਪਤਾ ਹੈ ਪ੍ਰਤੱਖ ਗੁਰੂ ਨਾਨਕ ਦੇਵ ਸਾਹਿਬ ਆਪ ਹਨ। ਬਾਬਾ ਮੋਹਨ ਜੀ ਨੇ ਉਸੇ ਵੇਲੇ ਹੀ ਸਤ ਬਚਨ ਕੀਤਾ, ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨ ਲਈ ਜੀ। ਹਾਂਜੀ, ਪਰ ਕਰਮਾ ਚਹੁ ਦਿਸ਼ ਫਿਰ ਦੀਨੀ। ਤੇ ਫਿਰ ਕੀ ਕੀਤਾ ਜੀ? ਮਹਾਰਾਜ ਜਿੱਥੇ ਬੈਠੇ ਹੈ ਨਾ, ਬਾਬਾ ਮੋਹਨ ਜੀ ਨੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੀ ਪਰਿਕਰਮਾ ਕੀਤੀ ਹੈ ਜੀ, ਪ੍ਰੇਮ ਵਿੱਚ ਆ ਕੇ। ਕਈ ਸਿਰ ਫਿਰੇ ਕਹਿ ਦਿੰਦੇ ਆ, ਅਖੇ ਜੀ ਵੇਖੋ ਪਰਿਕਰਮਾ ਦਾ ਕੀ ਲਾਭ ਹੈ? ਸਾਧ ਸੰਗਤ ਜੀ ਉਹਨਾਂ ਨੂੰ ਕੀ ਪਤਾ ਹੈ, ਪਰਿਕਰਮਾ ਵੀ ਇੱਕ ਦਾਤ ਹੈ। ਗੁਰੂ ਕੇ ਸਿੱਖ ਆਪਣੇ ਸਤਿਗੁਰੂ ਜੀ ਦੀਆਂ ਪਰਿਕਰਮਾ ਕਰਦੇ ਨੇ। ਆਪ ਤੋਂ ਵੱਡੇ ਦੇ ਨਾ ਆਸੇ ਪਾਸੇ ਘੁੰਮਣਾ, ਵਾਰੀ ਬਲਿਹਾਰੀ ਜਾਣਾ, ਇਹ ਪਰਿਕਰਮਾ ਹੈ ਜੀ। ਮਹਾਰਾਜ ਬੈਠੇ, ਬਾਬਾ ਮੋਹਨ ਜੀ ਨੇ ਪਰਿਕਰਮਾ ਕੀਤੀ ਜੀ ਉੱਠ ਕੇ ਜੀ। ਉੱਠ ਕੇ ਫਿਰ ਮੱਥਾ ਟੇਕਿਆ। ਪਰਮ ਪ੍ਰੇਮ ਤੇ ਬੰਧਨ ਕੀਨੀ। ਬਹੁਤ ਪ੍ਰੇਮ ਵਿੱਚ ਆ ਕੇ, ਪਰਮ ਪ੍ਰੇਮ ਵਿੱਚ ਆ ਕੇ ਬਾਬਾ ਮੋਹਨ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਹੈ ਜੀ। ਹਾਂਜੀ, ਆਪਨ ਚੁਬਾਰੇ ਪਹੁੰਚੋ ਜਾਈ। ਤੇ ਫਿਰ ਨਮਸਕਾਰ ਕਰਕੇ ਆਪਣੇ ਚੁਬਾਰੇ ਦੇ ਵਿੱਚ ਬੈਠ ਗਏ ਜਾ ਕੇ ਜੀ। ਅੱਜ ਵੀ ਸਾਧ ਸੰਗਤ ਜੀ ਉਹ ਕਮਰਾ ਹੈ ਜਿੱਥੇ ਬਾਬਾ ਮੋਹਨ ਜੀ ਬੈਠ ਕੇ ਜਾਪ ਕਰਦੇ ਹੁੰਦੇ ਸਨ ਜੀ। ਹਾਂਜੀ, ਪ੍ਰਥਮ ਸਮਾਨ ਸਮਾਧ ਲਗਾਈ। ਪਹਿਲਾਂ ਵਾਂਗ ਸਮਾਧੀ ਲਾ ਲਈ ਹੈ। ਹਾਂਜੀ, ਬਾਣੀ ਮਦਮਾ ਸਾਥ ਪਟੰਥਾ। ਤੇ ਬਾਣੀ ਮਦਮਾ ਸਾਥ ਪਠੰਤਾ। ਕਹਿੰਦੇ ਹਿਰਦੇ ਦੇ ਵਿੱਚ ਫਿਰ ਵਾਹਿਗੁਰੂ। ਹਿਰਦੇ 'ਚ ਇਹ ਚੱਲਦਾ ਜੀ ਹੁਣ ਇਹਨਾਂ ਦੇ। ਹਾਂਜੀ,
ਸ਼੍ਰੀ ਨਾਨਕ ਕੋ ਮੰਤਰ ਕਮੰਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਸ ਮੰਤਰ ਦੀ ਕਮਾਈ ਕੀਤੀ ਬਾਬਾ ਜੀ ਨੇ। ਹਾਂਜੀ। ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਸ਼ਬਦ ਪੋਥੀਆਂ ਲੀਨ। ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੋਥੀਆਂ ਲਈਆਂ ਜੀ ਫਿਰ ਬਾਬਾ ਮੋਹਨ ਜੀ ਕੋਲੋਂ। ਹਾਂਜੀ। ਹਰਖਤ ਸ਼੍ਰੀ ਗੁਰ ਅਮਰ ਕੋ ਨਮੋ ਧਿਆਨ ਕਰ ਲਈ ਕੀਨ। ਤੇ ਮਹਾਰਾਜ ਬਹੁਤ ਖੁਸ਼ ਹੋਏ ਜੀ ਪੋਥੀਆਂ ਲੈ ਕੇ। ਤੇ ਜਦੋਂ ਪੋਥੀਆਂ ਪ੍ਰਾਪਤ ਹੋ ਗਈਆਂ ਨਾ, ਖੁਸ਼ ਹੋ ਕੇ ਧਿਆਨ ਵਿੱਚ ਜਾ ਕੇ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਕੀਤੀ ਜੀ। ਕਿਉਂ? ਜਦੋਂ ਆਏ ਸਨ ਉਦੋਂ ਵੀ ਗੁਰੂ ਅਮਰਦਾਸ ਸਾਹਿਬ ਨੇ ਪ੍ਰਤੱਖ ਦਰਸ਼ਨ ਦੇ ਕੇ ਕਿਹਾ ਸੀ ਤੁਹਾਡਾ ਕਾਰਜ ਸਫਲ ਹੋਏਗਾ ਜੀ। ਹਾਂਜੀ। ਦੋਹਰਾ। ਕਰ ਕਾਰਜ ਅਰਜਨ ਗੁਰੂ ਪਰਮ ਪ੍ਰਸੰਤਾ ਪਾਏ। ਕਰਿਓ ਚਹਿਤ ਬੜ ਬੀੜ ਕੋ ਸਭ ਬਾਨੀ ਇੱਕ ਥਾਏ। ਕਹਿੰਦੇ ਹੁਣ ਮਹਾਰਾਜ ਕੋ ਪੋਥੀਆਂ ਆ ਗਈਆਂ ਨੇ ਨਾ, ਮਹਾਰਾਜ ਪਰਮ ਪ੍ਰਸੰਨ ਹੋਏ ਨੇ। ਪਰਮ ਪ੍ਰਸੰਨ ਬਹੁਤ ਖੁਸ਼ੀ ਵਿੱਚ ਨੇ। ਤੇ ਖੁਸ਼ੀ ਵਿੱਚ ਆ ਕੇ ਇਹੋ ਵਿਚਾਰ ਕਰਦੇ ਆ ਹੁਣ ਛੇਤੀ ਛੇਤੀ ਬੀੜ ਸਾਹਿਬ ਤਿਆਰ ਕਰ ਦੇਣੀ ਹੈ। ਹਾਂਜੀ। ਚੌਪਈ। ਚਲਨ ਸੁਦਾਸਰ ਕੀ ਕਰ ਤਿਆਰੀ। ਤੇ ਫਿਰ ਕੀ ਕੀਤਾ? ਮਹਾਰਾਜ ਨੇ ਸੁਦਾਸਰ ਅੰਮ੍ਰਿਤ ਸਰੋਵਰ ਵਾਲੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਪਾਸੇ ਆਉਣ ਦੀ ਤਿਆਰੀ ਕੀਤੀ ਹੈ। ਸੁਨੀ ਮੋਹਰੀ ਨੇ ਸਦ ਸਾਰੀ। ਬਾਬਾ ਮੋਹਰੀ ਜੀ ਨੂੰ ਸਾਰੀ ਗੱਲ ਦਾ ਪਤਾ ਲੱਗਾ ਜੀ। ਗੁਰੂ ਅਮਰਦਾਸ ਸਾਹਿਬ ਜੀ ਦੇ ਛੋਟੇ ਪੁੱਤਰ ਨੇ। ਜਦੋਂ ਇਹਨਾਂ ਨੂੰ ਪਤਾ ਲੱਗਾ ਨਾ ਜੀ, ਹਾਂਜੀ, ਅਤ ਪ੍ਰਸੰਨ ਮੋਹਨ ਹੋਏ ਗਇਓ। ਕਿ ਬਾਬਾ ਮੋਹਨ ਜੀ ਅਤ ਦੇ ਖੁਸ਼ ਹੋਏ ਨੇ। ਹਾਂਜੀ। ਪਰਿਓ ਚਰਨ ਪੁਸਤਕ ਸਭ ਦਇਓ। ਔਰ ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਵੀ ਝੁਕ ਗਏ ਨੇ। ਔਰ ਚਰਨਾਂ ਦੇ ਵਿੱਚ ਝੁਕਣ ਤੋਂ ਬਾਅਦ ਪੋਥੀਆਂ ਵੀ ਦੇ ਦਿੱਤੀਆਂ ਨੇ। ਬਾਬਾ ਮੋਹਰੀ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਮਹਾ ਮਸਤ ਜੋ ਕਿਸੇ ਨ ਮੰਨ ਹੈ। ਵੀ ਜਿਹੜੇ ਮੇਰੇ ਭਰਾ ਜੀ ਮਹਾਨ ਮਸਤ ਨੇ, ਕਿਸੇ ਦੀ ਗੱਲ ਹੀ ਨਹੀਂ ਮੰਨਦੇ। ਹਾਂਜੀ। ਸਭ ਸੋ ਅਨਰਸ ਬਾਕ ਬਖਾਨ ਹੈ। ਬਲਕਿ ਸਭ ਨਾਲ ਕ੍ਰੋਧ ਨਾਲ ਹੀ ਗੱਲ ਕਰਦੇ ਆ। ਹਾਂਜੀ। ਕਿਮ ਇਨਕੇ ਹੋਇਓ ਅਨੁਸਾਰੀ। ਤੇ ਬਾਬਾ ਮੋਹਰੀ ਜੀ ਸੋਚਦੇ ਵੀ ਕਿਵੇਂ ਇਹਨਾਂ ਦੇ ਅਨੁਸਾਰ ਹੀ ਹੋ ਗਏ ਇੱਕਦਮ। ਹਾਂਜੀ। ਕਰੀ ਨਮੋ ਪੁਨ ਚਰਨ ਅਗਾਰੀ। ਉਲਟਾ ਸਗੋਂ ਮੱਥਾ ਵੀ ਟੇਕਿਆ। ਉਹ ਤੇ ਟੇਕਦੇ ਹੀ ਨਹੀਂ ਸੀ ਹੁੰਦੇ। ਹਾਂਜੀ। ਜੋ ਗੁਰੂ ਰਾਮਦਾਸ ਕੇ ਆਗੇ। ਜਿਹੜੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਅੱਗੇ ਨਹੀਂ ਸੀ ਝੁਕੇ। ਹਾਂਜੀ। ਨਿਮਿਓ ਨਹੀਂ ਪਿਤ ਬਾਕਨ ਤਿਆਗੇ। ਮਹਾਰਾਜ ਦੇ ਬਚਨ ਵੀ ਛੱਡ ਦਿੱਤੇ ਤੇ ਮਹਾਰਾਜ ਜੀ ਦੇ ਅੱਗੇ ਝੁਕੇ ਨਹੀਂ ਸਨ। ਹਾਂਜੀ। ਜਾਂਤੇ ਗੁਰ ਅਰਜਨ ਵਡਿਆਈ। ਹਾਂਜੀ। ਆਦ ਨਿਮਰਤਾ ਕੁਛ ਲਖ ਪਾਈ। ਤੇ ਕਹਿਣ ਲੱਗੇ ਜ਼ਰੂਰ ਮੇਰੇ ਭਰਾ ਬਾਬਾ ਮੋਹਨ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਨੂੰ ਜਾਣ ਲਿਆ ਹੈ। ਤਾਂ ਹੀ ਉਹਨਾਂ ਨੇ ਇੰਨੀ ਨਿਮਰਤਾ ਜਿਹੜੀ ਹੈ ਉਹ ਧਾਰਨ ਕੀਤੀ ਹੈ ਉਹਨਾਂ ਅੱਗੇ। ਹਾਂਜੀ। ਜੋ ਚਾਰਹੁ ਸਤਿਗੁਰ ਮੈਂ ਜੋਤ। ਸੋ ਗੁਰ ਅਰਜਨ ਬਿਖੈ ਉਦੋਤ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਭਾਵੇਂ ਬਾਬਾ ਮੋਹਰੀ ਜੀ ਪਹਿਲਾਂ ਵੀ ਨਿਮਰਤਾ ਵਾਲੇ ਨੇ, ਸਿਆਣੇ ਨੇ, ਫਿਰ ਵੀ ਵਿਚਾਰ ਕੀਤੀ ਹੈ ਕਿ ਚਾਰੇ ਗੁਰੂਆਂ ਦੀ ਜਿਹੜੀ ਜੋਤ ਹੈ ਉਹ ਹੁਣ ਪੰਜਵੇਂ ਜਾਮੇ ਵਿੱਚ ਬਿਲਕੁਲ ਲੱਟ ਲੱਟ ਕਰਕੇ ਜਗ ਰਹੀ ਹੈ। ਗੁਰੂ ਅਰਜਨ ਸਾਹਿਬ ਆਪ ਪਰਮੇਸ਼ਰ ਦਾ ਰੂਪ ਹਨ। ਹਾਂਜੀ। ਇਮ ਵਿਚਾਰ ਮੋਹਰੀ ਆਇਓ। ਮਹਾਰਾਜ ਰੱਬ ਰੂਪ ਹਨ। ਆਪ ਇਸ ਪਾਸੇ ਆਏ ਆ। ਇਹ ਵਿਚਾਰ ਕਰਕੇ ਬਾਬਾ ਮੋਹਰੀ ਜੀ ਦੌੜ ਕੇ ਗੋਇੰਦ ਮਹਾਰਾਜ ਜੀ ਦੇ ਚਰਨਾਂ 'ਚ ਆਏ ਜੀ। ਹਾਂਜੀ। ਦੇਖ ਦੂਰ ਹੀ ਤੇ ਹਰ ਖਾਇਓ। ਜਦੋਂ ਦੂਰੋਂ ਦਰਸ਼ਨ ਕੀਤੇ ਨਾ, ਮਹਾਰਾਜ ਗਲੀ ਵਿੱਚੋਂ ਆ ਰਹੇ ਸਨ ਤੇ ਬਾਬਾ ਮੋਹਰੀ ਜੀ ਬੜੇ ਹੀ ਖੁਸ਼ ਹੋਏ ਜੀ। ਬੜੇ ਹੀ ਖੁਸ਼ ਹੋਏ। ਬਾਬਾ ਮੋਹਰੀ ਜੀ ਦੀ ਅੰਸ ਬੰਸ ਹੁਣ ਵੀ ਗੋਇੰਦਵਾਲ ਸਾਹਿਬ ਵਿੱਚ ਰਹਿ ਰਹੀ ਹੈ ਜੀ। ਹਾਂਜੀ। ਜਾਏ ਪ੍ਰਦਰਸ਼ਨਾ ਦੀਨਸ ਗੁਰ ਕੀ। ਗੱਜ ਕੇ ਆਖੋ ਵਾਹਿਗੁਰੂ। ਤੇ ਬਾਬਾ ਮੋਹਰੀ ਜੀ ਨੇ ਜਾ ਕੇ ਮੱਥਾ ਟੇਕਿਆ। ਮਹਾਰਾਜ ਜੀ ਦੇ ਇਰਦ ਗਿਰਦ ਪਰਿਕਰਮਾ ਕੀਤੀਆਂ ਜੀ। ਵੇਖ ਲਓ ਸਿੱਖੋ, ਸਾਧ ਸੰਗਤ ਜੀ, ਪਰਿਕਰਮਾ ਕਿੰਨਾ ਜ਼ਰੂਰੀ ਕਾਰਜ ਹੈ। ਕਿੰਨਾ ਜ਼ਰੂਰੀ ਕਾਰਜ ਹੈ। ਸਿੱਖ ਜ਼ਰੂਰ ਆਪਣੇ ਸਤਿਗੁਰੂ ਜੀ ਦੇ ਇਰਦ ਗਿਰਦ ਪਰਿਕਰਮਾ ਕਰਿਆ ਕਰੇ ਜੀ। ਜਦੋਂ ਸਿੱਖ ਗੁਰੂ ਸਾਹਿਬ ਜੀ ਦੇ ਇਰਦ ਗਿਰਦ ਪਰਿਕਰਮਾ ਕਰਦਾ ਹੈ ਨਾ,
ਤੇ ਸਾਧ ਸੰਗਤ ਜੀ ਉਹ ਫਿਰ ਪਰਿਕਰਮਾ ਕਰਦਿਆਂ ਇੱਕ ਤੋਂ ਦੇ ਚਰਨ ਸਫਲੇ ਹੁੰਦੇ ਆ, ਤੇ ਨਾਲ ਜਦੋਂ ਵਾਹਿਗੁਰੂ ਦਾ ਜਾਪ ਕਰਦਾ ਹੈ, ਉਹਦੇ ਜੀਵਨ ਜਿਹੜਾ ਹੈ ਉਹ ਹੀ ਸਫਲਾ ਹੋ ਜਾਂਦਾ ਹੈ। ਕਈ ਗੁਰੂ ਘਰ ਜਦੋਂ ਬਣਾਉਣ ਲੱਗਦੇ ਆ ਪ੍ਰਬੰਧਕ, ਉਹ ਇਹਨਾਂ ਗੱਲਾਂ ਦਾ ਧਿਆਨ ਨਹੀਂ ਦਿੰਦੇ ਜੀ, ਤੇ ਮਹਾਰਾਜ ਜੀ ਦੇ ਪਰਿਕਰਮਾ ਕਰਨ ਵਾਸਤੇ ਜਗ੍ਹਾ ਹੀ ਨਹੀਂ ਛੱਡਦੇ ਜੀ। ਤੇ ਦੱਸੋ ਵੀ ਸਿੱਖ ਨੇ ਆਪਣੇ ਗੁਰੂ ਸਾਹਿਬ ਜੀ ਦੀ ਪਰਿਕਰਮਾ ਕਰਨੀ ਕਿਵੇਂ ਕਰੇਗਾ? ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਪਰਿਕਰਮਾ ਕਰਨ ਵਾਸਤੇ ਸਾਧ ਸੰਗਤ ਦੀ ਪੂਰੀ ਜਗ੍ਹਾ ਬਣਾਈ ਜੀ। ਹਾਂਜੀ, ਬੰਦਤ ਭਇਓ ਪ੍ਰੀਤ ਔਰ ਕਰ ਕੀ। ਤੇ ਬਾਬਾ ਮੋਹਰੀ ਜੀ ਨੇ ਪਰਿਕਰਮਾ ਕੀਤੀ, ਬਹੁਤ ਪ੍ਰੇਮ ਨਾਲ ਮੱਥਾ ਟੇਕਿਆ। ਸ਼੍ਰੀ ਅਰਜਨ ਗੁਰ ਗਿਆਨ ਉਦਾਰੇ, ਹਾਂਜੀ। ਕਿਰਪਾ ਕਰਹੁ ਘਰ ਚਲਹੁ ਹਮਾਰੇ। ਤੇ ਬਾਬਾ ਮੋਹਰੀ ਜੀ ਕਹਿਣ ਲੱਗੇ, ਹੇ ਮਹਾਰਾਜ, ਗਿਆਨ ਦੇ ਚਾਨਣ ਸਰੂਪ ਗੁਰੂ ਅਰਜਨ ਸਾਹਿਬ ਜੀ, ਕਿਰਪਾ ਕਰੋ ਤੇ ਮਹਾਰਾਜ ਘਰ ਵੀ ਚਰਨ ਪਾਓ। ਹਾਂਜੀ, ਜਥਾ ਬਿਦਰ ਕੇ ਗਏ ਨਿਕੇਤ। ਵਾਹ ਵਾਹ ਵਾਹ, ਵੇਖੋ ਬਾਬਾ ਮੋਹਰੀ ਜੀ ਕਿੰਨੀ ਨਿਮਰਤਾ ਵਾਲੇ ਹਨ। ਇਹ ਨਹੀਂ ਵੀ ਸਾਡੇ ਭਾਣਜੇ ਨੇ, ਨਹੀਂ, ਪਰਮੇਸ਼ਰ ਵਾਲਾ ਸਤਿਕਾਰ ਰੱਖਦੇ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਤੀ ਜੀ। ਕਹਿੰਦੇ ਮਹਾਰਾਜ ਜਿਵੇਂ ਬਿਦਰ ਦੇ ਘਰ ਸ਼੍ਰੀ ਕ੍ਰਿਸ਼ਨ ਜੀ ਗਏ ਨੇ, ਮਹਾਰਾਜ ਉਵੇਂ ਆਪ ਕਿਰਪਾ ਕਰੋ ਸਾਡੇ ਘਰ ਚਰਨ ਪਾਓ, ਕਹਿਣ ਲੱਗੇ। ਹਾਂਜੀ, ਦਈ ਵਡਾਈ ਪ੍ਰੀਤ ਸਮੇਤ। ਉਹਨਾਂ ਦਾ ਪਿਆਰ ਵੇਖ ਕੇ ਕਿੰਨੀ ਵਡਿਆਈ ਦਿੱਤੀ ਉਹਨਾਂ ਨੇ, ਕ੍ਰਿਸ਼ਨ ਜੀ ਨੇ ਬਿਦਰ ਨੂੰ। ਹਾਂਜੀ, ਪ੍ਰੇਮ ਹਿਰਦੇ ਕੋ ਦੇਖਨ ਕਰੋ। ਸੱਚੇ ਪਾਤਸ਼ਾਹ, ਠੀਕ ਹੈ ਤੁਹਾਨੂੰ ਪੋਥੀਆਂ ਪ੍ਰਾਪਤ ਹੋ ਗਈਆਂ ਨੇ, ਪਰ ਮਹਾਰਾਜ ਸਾਡਾ ਵੀ ਤੇ ਪ੍ਰੇਮ ਦੇਖੋ ਨਾ। ਮਹਾਰਾਜ ਸਾਡਾ ਵੀ ਪ੍ਰੇਮ ਦੇਖੋ। ਸੱਚੇ ਪਾਤਸ਼ਾਹ, ਮਹਾਰਾਜ ਆਪ ਕਿਰਪਾ ਕਰਕੇ ਮਹਾਰਾਜ ਘਰ ਜ਼ਰੂਰ ਚਰਨ ਪਾਓ। ਸੱਚੇ ਪਾਤਸ਼ਾਹ, ਹਾਂਜੀ, ਜਾਂਤੇ ਦੀਨ ਧਾਮ ਪਗ ਧਰੋ। ਮਹਾਰਾਜ ਮੈਂ ਗਰੀਬ ਹੈਗਾ, ਕਹਿਣ ਲੱਗੇ। ਵਾਹਿਗੁਰੂ ਆਖੋ, ਵਾਹਿਗੁਰੂ ਵਾਹਿਗੁਰੂ। ਵੇਖੋ ਬਾਬਾ ਮੋਹਰੀ ਜੀ ਕਿੰਨੇ ਸਿਆਣੇ ਨੇ ਜੀ। ਮਹਾਰਾਜ ਨੇ ਕਿਹਾ ਸੀ ਨਾ, ਮੋਹਰੀ ਤੂੰ ਸਭ ਦਾ ਮੋਹਰੀ ਹੋਇਓ। ਬਾਬਾ ਮੋਹਰੀ ਜੀ ਕਹਿੰਦੇ, ਮਹਾਰਾਜ ਮੈਂ ਗਰੀਬ ਹੈਗਾ, ਕਹਿਣ ਲੱਗੇ। ਮਹਾਰਾਜ ਆਪ ਕਿਰਪਾ ਕਰੋ। ਸੱਚੇ ਪਾਤਸ਼ਾਹ, ਸਾਡੇ ਘਰ ਚਰਨ ਜ਼ਰੂਰ ਪਾਓ। ਇਸ ਪ੍ਰਕਾਰ ਕਰ ਬਹੁ ਵਡਿਆਈ। ਇਸ ਤਰੀਕੇ ਨਾਲ ਨਾ ਬਾਬਾ ਮੋਹਰੀ ਜੀ ਮਹਾਰਾਜ ਦੇ ਸਾਹਮਣੇ ਖਲੋਤੇ ਬੜੀ ਵਡਿਆਈ ਕਰ ਰਹੇ। ਵੇਖੋ ਇਹ ਦੁਨੀਆ ਹੀ ਵੱਖਰੀ ਹੈ ਜੀ। ਇੱਥੇ ਇਹ ਨਹੀਂ ਹੈਗਾ ਕਿ ਇਹ ਤੇ ਸਾਡੇ ਭਾਣਜੇ ਨੇ, ਮੇਰੀ ਭੈਣ ਦੇ ਪੁੱਤਰ ਨੇ, ਨਹੀਂ। ਸਾਧ ਸੰਗਤ ਜੀ, ਪਰਮੇਸ਼ਰ ਵਾਲਾ ਸਤਿਕਾਰ ਭਾਵ ਹੈ ਹਿਰਦੇ 'ਚ। ਹਾਂਜੀ, ਪਰਿਓ ਅਗਾਰੀ ਪਦ ਲਪਟਾਈ। ਤੇ ਲਓ ਜੀ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਾ ਜੀ ਪੈ ਕੇ ਤੇ ਬਾਬਾ ਮੋਹਰੀ ਜੀ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦੇ ਨਾਲ ਚਿੰਬੜ ਹੀ ਗਏ ਜੀ। ਮਹਾਰਾਜ ਖਲੋਤੇ ਹੋਏ ਨੇ ਨਾ, ਤੇ ਨੀਵੇਂ ਹੋ ਕੇ ਮਹਾਰਾਜ ਦੇ ਚਰਨ ਹੀ ਫੜ ਲਏ, ਜੱਫਾ ਮਾਰ ਲਿਆ ਚਰਨਾਂ ਨੂੰ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਕਿੰਨਾ ਸਤਿਕਾਰ ਬਾਬਾ ਮੋਹਰੀ ਜੀ ਕਰਦੇ ਜੀ। ਹਾਂਜੀ, ਭਇਓ ਪ੍ਰੇਮ ਤੇ ਬਿਹਬਲ ਭਾਰੀ। ਤੇ ਬਹੁਤ ਪ੍ਰੇਮ ਵਿੱਚ ਬੇਬਲ ਹੋ ਗਏ ਜੀ। ਬੈਰਾਗ ਸ਼ੁਰੂ ਹੋ ਗਿਆ। ਮਹਾਰਾਜ ਆਪ ਗੋਇੰਦਵਾਲ ਸਾਹਿਬ ਆਏ, ਦੱਸਿਆ ਨਹੀਂ, ਪਤਾ ਨਹੀਂ ਲੱਗਾ। ਮਹਾਰਾਜ ਹੁਣ ਘਰ ਹੋਣ ਤੋਂ ਬਗੈਰ ਹੀ ਆਪ ਜੀ ਅੱਗੇ ਚੱਲੇ ਹੋ। ਹਾਂਜੀ, ਸ਼੍ਰੀ ਅਰਜਨ ਅਸ ਦਸ਼ਾ ਨਿਹਾਰੀ। ਜਦੋਂ ਮਹਾਰਾਜ ਗਰੀਬ ਨਵਾਜ ਜੀ ਨੇ ਬਾਬਾ ਮੋਹਰੀ ਜੀ ਦਾ ਐਸਾ ਸੁਭਾਅ ਵੇਖਿਆ, ਇਹ ਅਵਸਥਾ ਦੇਖੀ, ਕੀਨ ਉਠਾਵਨ ਬਾਕ ਬਖਾਨਾ। ਮਹਾਰਾਜ ਨੇ ਆਪ ਮੋਢਿਆਂ ਤੋਂ ਫੜ ਕੇ ਉਠਾਇਆ ਜੀ। ਫਿਰ ਜੀ ਮਹਾਰਾਜ ਬਚਨ ਕਰਦੇ ਜੀ। ਹਾਂਜੀ, ਹਮਰੇ ਮਾਤੁਲ ਅਹੋ ਮਹਾਨਾ। ਮਹਾਰਾਜ ਕਹਿਣ ਲੱਗੇ, ਕੈਸੇ ਬਚਨ ਕਰ ਰਹੇ ਹੋ? ਤੁਸੀਂ ਤੇ ਮਹਾਨ ਗੁਰੂ ਦੇ ਪੁੱਤਰ ਹੋ, ਤੇ ਉਤੋਂ ਸਾਡੇ ਮਾਮਾ ਜੀ ਵੀ ਹੋ, ਕਹਿਣ ਲੱਗੇ। ਹਾਂਜੀ, ਸ਼੍ਰੀ ਗੁਰ ਅਮਰਦਾਸ ਕੇ ਨੰਦਨ। ਜਿਨ ਦੇਖਤ ਹੋਏ ਪਾਪ ਨਿਕੰਦਨ। ਗੁਰੂ ਅਮਰਦਾਸ ਜੀ ਦੇ ਪੁੱਤਰ ਹੋ। ਸਾਧ ਸੰਗਤ ਜੀ, ਇੱਕ ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ ਹੈ, ਜਿਨ੍ਹਾਂ ਨੇ ਵੱਖਰੀ ਗੱਦੀ ਨਹੀਂ ਸੀ ਲਾਈ ਜੀ। ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਨਹੀਂ ਸੀ ਗੱਦੀ ਲਾਈ। ਠੀਕ ਹੈ, ਬਾਬਾ ਮੋਹਨ ਜੀ ਨਾਰਾਜ਼ ਹੋ ਕੇ ਵੱਖਰੇ ਬੈਠੇ ਸਨ, ਪਰ ਕਿਸੇ ਨੂੰ ਮਿਲੇ ਗਿਲੇ ਹੀ ਨਹੀਂ, ਗੱਦੀ ਥੋੜੀ ਲਾਈ ਦੀ ਉਹਨਾਂ ਨੇ। ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ ਬਾਬਾ ਮੋਹਰੀ ਜੀ ਨੂੰ, ਇੰਨੀ ਨਿਮਰਤਾ ਦਿੱਤੀ ਜੀ। ਹਾਂਜੀ,
ਹਮਰੀ ਕੁਲ ਸਭ ਤਿਨਕੇ ਦਾਸ ਹਾਂਜੀ। ਜਿਨਹੋ ਕਿਰਪਾ ਤੇ ਭਏ ਪ੍ਰਕਾਸ਼। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਮਾਮਾ ਜੀ ਸਾਡੇ ਕੁੱਲ ਨੂੰ ਤੇ ਤੁਹਾਡੇ ਘਰ ਸੇਵਾ ਕਰ ਕਰਕੇ ਰਹਿਮਤਾਂ ਮਿਲੀਆਂ ਨੇ, ਕਹਿਣ ਲੱਗੇ। ਹਾਂਜੀ। ਨਿਸ ਦਿਨ ਤਿਨਕੋ ਨਾਮ ਜਪੀਜਹਿ ਹਾਂਜੀ। ਜਗ ਗੁਰ ਮਹਿਤ ਮਹਾਨ ਲਖੀਜਹਿ। ਅਸੀਂ ਤੇ ਆਪ ਦਿਨ ਰਾਤ ਗੁਰੂ ਅਮਰਦਾਸ ਜੀ ਨੂੰ ਯਾਦ ਕਰਦੇ, ਕਹਿਣ ਲੱਗੇ, ਜਿਨ੍ਹਾਂ ਦੇ ਚਰਨਾਂ 'ਚ ਸਾਡੇ ਪਿਤਾ ਜੀ ਨੇ ਸੇਵਾ ਕੀਤੀ, ਸੇਵਾ ਕਰਕੇ ਇੰਨਾ ਵੱਡਾ ਮਾਣ ਪ੍ਰਾਪਤ ਕੀਤਾ। ਹਾਂਜੀ। ਯਾਂਤੇ ਨਮੋ ਉਚਿਤ ਤੁਮ ਅਹੋ ਹਾਂਜੀ। ਮਮ ਪਦ ਗਹਿਨ ਅਨੁਚਤਾ ਲਹੋ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਮੱਥਾ ਤੇ ਸਾਨੂੰ ਟੇਕਣਾ ਚਾਹੀਦਾ ਤੁਹਾਨੂੰ, ਤੁਸੀਂ ਸਾਡੇ ਪੈਰ ਫੜ ਕੇ ਬੈਠੇ ਚ, ਕਹਿਣ ਲੱਗੇ। ਹਾਂਜੀ। ਸੇਵੋ ਰਜ ਪਗ ਕਮਲ ਤੁਮਾਰੀ ਕਿਰਪਾ ਕਰਹੁ ਲਖ ਕੈ ਅਨੁਸਾਰੀ। ਕਹਿਣ ਲੱਗੇ ਸਗੋਂ ਸਾਨੂੰ ਸੇਵਾ ਦਾ ਮੌਕਾ ਦਿਓ। ਗੁਰੂ ਅਰਜਨ ਸਾਹਿਬ ਤੁਸੀਂ ਵੇਖੋ ਦੋਵੇਂ ਪਾਸੇ ਕਿੰਨੀ ਨਿਮਰਤਾ ਹੈ ਜੀ। ਬਸ ਆ ਹੁਣ ਪਿਆਰ ਮੁੱਕਦਾ ਜਾ ਰਿਹਾ ਜੀ। ਸਿੱਖ ਸਿੱਖ ਨੂੰ ਵੇਖ ਕੇ ਖੁਸ਼ ਨਹੀਂ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਵੇਖ ਕੇ ਝੁੱਕ ਕੇ ਮਿਲਣ ਨੂੰ ਤਿਆਰ ਨਹੀਂ ਹੈਗਾ ਜੀ। ਹਾਂਜੀ। ਕਿੰਨਾ ਪਿਆਰ ਹੈਗਾ ਜੀ, ਕਿੰਨਾ ਪਿਆਰ ਹੈਗਾ ਜੀ। ਹਾਂਜੀ। ਸੁਨਤ ਮੋਹਰੀ ਜੁਗ ਕਰ ਜੋਰੇ ਹਾਂਜੀ। ਮੋਹਿ ਅਚੁਤ ਮੋਹਿ ਉਚਿਤ ਤੁਮ ਚਰਨ ਨਿਹੋਰੇ। ਤੇ ਬਾਬਾ ਮੋਰੀ ਜੀ ਹੱਥ ਜੋੜ ਕੇ ਕਹਿੰਦੇ, ਨਾ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਗੁਰੂ ਤਾਂ ਆਪ ਹੋ, ਆ ਸਾਡਾ ਹੀ ਫਰਜ਼ ਹੈ ਤੁਹਾਡੀ ਸੇਵਾ ਕਰਨੀ ਮਹਾਰਾਜ। ਹਾਂਜੀ। ਪਾਛਲ ਜਨਮ ਹੁਤੋ ਅਕਰੂਰ ਹਾਂਜੀ। ਤਬ ਭੀ ਰਾਵਰ ਕੇਰ ਹਦੂਰ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ, ਮੈਂ ਅੱਜ ਦਾ ਥੋੜੀ ਤੁਹਾਡੇ ਚਰਨਾਂ 'ਚ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਮੈਂ ਤੇ ਕਈ ਜਨਮਾਂ ਦਾ ਤੁਹਾਡਾ ਸੇਵਕ ਹੈਗਾ ਜੀ, ਕਈ ਜਨਮਾਂ ਦਾ ਆਪ ਜੀ ਦਾ ਸੇਵਕ ਹੈਗਾ ਸੱਚੇ ਪਾਤਸ਼ਾਹ। ਤੇ ਮਹਾਰਾਜ ਕਿਰਪਾ ਕਰਿਓ, ਅੰਤਮ ਸਮੇਂ ਸਾਡੀ ਬਾਂਹ ਫੜਿਓ, ਕਹਿਣ ਲੱਗੇ। ਕਿੰਨਾ ਸਤਿਕਾਰ ਬਾਬਾ ਮੋਰੀ ਜੀ ਕਰਦੇ ਜੀ। ਹਾਂਜੀ। ਅੰਤ ਸਮੈ ਪਰ ਲੋਕ ਮਝਾਰੀ ਨਿਜ ਸਮੀਪ ਰਾਖੋ ਹਿਤ ਧਾਰੀ। ਜਿਵੇਂ ਇੱਥੇ ਸਾਨੂੰ ਪਿਆਰ ਕਰਦੇ ਹੋ ਨਾ, ਮਹਾਰਾਜ ਸੱਚਖੰਡ ਵਿੱਚ ਵੀ ਸਾਨੂੰ ਉਵੇਂ ਹੀ ਪਿਆਰ ਕਰਿਓ। ਕਿੰਨੇ ਪਿਆਰ ਵਾਲੇ ਬਚਨ ਨੇ ਜੀ। ਹਾਂਜੀ। ਸ਼੍ਰੀ ਅਰਜਨ ਸੁਨ ਕੈ ਤਿਹ ਸਮੈ ਕਹਿਓ ਅੰਤ ਕੋ ਮਿਲ ਹੈ ਹਮੈ। ਤੇ ਮਹਾਰਾਜ ਕਹਿਣ ਲੱਗੇ, ਮਾਮਾ ਜੀ ਤੁਸੀਂ ਸਾਡੇ 'ਚ ਹੀ ਆ ਕੇ ਮਿਲਣਾ, ਆਪਾਂ ਇਕੱਠੇ ਹੀ ਰਹਿਣਾ, ਕਹਿਣ ਲੱਗੇ। ਹਾਂਜੀ। ਸ਼੍ਰੀ ਗੁਰ ਅਮਰਦਾਸ ਅਨੁਸਾਰੀ ਮਾਨਿਆ ਬਾਕ ਰਹਿਓ ਹਿਤ ਧਾਰੀ। ਤੁਸੀਂ ਤੇ ਸਦਾ ਹੀ ਆਪਣੇ ਪਿਤਾ ਜੀ ਦੇ ਅਨੁਸਾਰ ਹੀ ਰਹੇ ਹੋ, ਕਹਿਣ ਲੱਗੇ। ਮਤਲਬ ਖਲੋਤੇ ਖਲੋਤੇ ਕਿੰਨੇ ਬਚਨ ਹੋ ਰਹੇ ਜੀ। ਹਾਂਜੀ। ਤਬ ਹੂੰ ਬਖਸ਼ੇ ਸਰਬ ਪ੍ਰਕਾਰਾ। ਤੁਹਾਨੂੰ ਤੇ ਤੁਹਾਡੇ ਪਿਤਾ ਜੀ ਬਖਸ਼ ਗਏ ਨੇ। ਪਤਾ ਗੁਰੂ ਅਮਰਦਾਸ ਜੀ ਨੇ ਬਾਬਾ ਮੋਰੀ ਜੀ ਨੂੰ ਕੀ ਕਿਹਾ ਸੀ? ਜਦੋਂ ਬਾਬਾ ਮੋਰੀ ਜੀ ਨੇ 7 ਬਚਨ ਕਰਕੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ, ਤੇ ਬਾਬਾ ਮੋਰੀ ਜੀ ਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਮੋਰੀ ਲੋਕਾਂ ਦੀਆਂ 21 ਧਰਦੀਆਂ ਨੇ, ਤੇਰੀਆਂ 42 ਤਰਨਗੀਆਂ, ਕਹਿਣ ਲੱਗੇ। ਲੋਕਾਂ ਦੀਆਂ 21 ਕੁੱਲਾਂ ਧਰਦੀਆਂ, ਤੂੰ 7 ਬਚਨੀ ਹੈ, ਤੇਰੀਆਂ 42 ਕੁੱਲਾਂ ਤਰਨਗੀਆਂ, ਕਹਿਣ ਲੱਗੇ। ਹਾਂਜੀ। ਸਦਾ ਸਮੀਪੀ ਰਹਿ ਹਮਾਰਾ। ਮਹਾਰਾਜ ਕਹਿਣ ਲੱਗੇ, ਤੁਸੀਂ ਤੇ ਹਰ ਤਰ੍ਹਾਂ ਦੇ ਨਾਲ ਪਹਿਲਾਂ ਹੀ ਬਖਸ਼ੇ ਹੋਏ ਚ, ਕਹਿਣ ਲੱਗੇ। ਹਾਂਜੀ। ਇਮ ਕਹਿ ਪੇ ਪ੍ਰਸੰਨ ਜਗਨਾਥ। ਇਮ ਕਹਿ ਭੇ ਪ੍ਰਸੰਨ ਜਗਨਾਥ। ਇਹ ਬਚਨ ਕਰਦਿਆਂ ਜਗਤ ਦੇ ਮਾਲਕ ਗੁਰੂ ਅਰਜਨ ਸਾਹਿਬ ਬਹੁਤ ਖੁਸ਼ ਹੋਏ ਜੀ। ਹਾਂਜੀ। ਗਮਨੇ ਸਦਨ ਮੋਹਰੀ ਸਾਥ। ਤੇ ਫਿਰ ਬਾਬਾ ਮੋਰੀ ਜੀ ਕਹਿੰਦੇ, ਮਹਾਰਾਜ ਫਿਰ ਕਿਰਪਾ ਕਰੋ ਤੇ ਘਰ ਵੀ ਚਰਨ ਪਾਓ। ਗੱਜ ਕੇ ਆਖੋ ਵਾਹਿਗੁਰੂ। ਤੇ ਪਿਆਰ ਵਾਲਿਆਂ ਵੱਲ ਤੇ ਫਿਰ ਜਾਣਾ ਹੀ ਪੈਂਦਾ ਹੈ ਜੀ। ਹਾਂਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਫਿਰ ਚਰਨ ਪਾਏ ਬਾਬਾ ਮੋਹਰੀ ਜੀ ਦੇ ਘਰ ਵਿੱਚ ਜੀ। ਹਾਂਜੀ। ਮਾਤੁਲ ਕੀ ਪਤਨੀ ਸੰਗ ਮਿਲੇ। ਮਹਾਰਾਜ ਸੱਚੇ ਪਾਤਸ਼ਾਹ ਬਾਬਾ ਮੋਹਰੀ ਜੀ ਦੇ ਪਤਨੀ ਭਾਵ ਆਪਣੇ ਮਾਮੀ ਜੀ, ਉਹਨਾਂ ਨੂੰ ਮਿਲੇ ਜੀ।
ਹਾਂਜੀ, ਤੂਰਨ ਉਠੀ ਹਰਖ ਕਰ ਭਲੇ। ਉਹ ਵੀ ਉਸੇ ਵੇਲੇ ਹੀ ਉੱਠ ਕੇ ਖਲੋਏ ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਮਹਾਰਾਜ ਸੱਚੇ ਪਾਤਸ਼ਾਹ ਆਏ ਆ, ਉਸੇ ਵੇਲੇ ਹੀ ਉਹ ਉੱਠ ਕੇ ਖਲੋ ਗਏ ਜੀ। ਹਾਂਜੀ, ਨਮੋ ਕਰਤ ਕੋ ਆਸ਼ਿਖ ਦੀਨ, ਹਾਂਜੀ। ਪੁਨਹ ਨਿਸ਼ਾਵਰ ਕਰਤੇ ਕੀਨ। ਬਸ ਉਸੇ ਵੇਲੇ ਵਿਛਾਈ ਕੀਤੀ ਜੀ ਮਹਾਰਾਜ ਵਾਸਤੇ ਸੋਹਣੀ। ਹਾਂਜੀ, ਬਸਤਰ ਬਭੂਖਨ ਦਰਬ ਵਿਸਾਲਾ, ਵਾਰ ਵਾਰ ਕਰ ਦੇ ਤਿਸ ਕਾਲਾ। ਤੇ ਮਹਾਰਾਜ ਜੀ ਦੇ ਮਾਮੀ ਜੀ ਵੀ ਮਹਾਰਾਜ ਨਾਲ ਬੜਾ ਪਿਆਰ ਕਰਦੇ ਨੇ। ਗੱਜ ਕੇ ਆਖੋ ਵਾਹਿਗੁਰੂ। ਪਤਾ ਕੀ ਕੀਤਾ ਜੀ, ਉਹਨਾਂ ਨੇ ਵਸਤਰ ਤੇ ਧਨ ਮਹਾਰਾਜ ਜੀ ਤੋਂ ਵਾਰ ਕੇ ਨਾ ਬਾਹਰ ਮੰਗਣ ਵਾਲਿਆਂ ਨੂੰ ਵੰਡ ਕੇ ਆਏ ਜੀ। ਜੀ ਸੁੱਖਾਂ ਦਾ ਸਮਾਂ ਆਇਆ, ਸਾਡੇ ਘਰ ਗੁਰੂ ਅਰਜਨ ਦੇਵ ਮਹਾਰਾਜ ਆਏ ਕਹਿਣ ਲੱਗੇ। ਹਾਂਜੀ, ਬੂਜੀ ਕੁਸ਼ਲ ਮధుਰ ਬਚ ਸੰਗਾ, ਸੁਖ ਕੇ ਸਹਿਤ ਅਹੈ ਸ਼ੁਭ ਗੰਗਾ। ਤੇ ਮਾਮੀ ਜੀ ਮਹਾਰਾਜ ਦੇ ਪੁੱਛਦੇ ਆ ਵੀ ਗੰਗਾ ਜੀ ਠੀਕ ਨੇ, ਹੋਰ ਸਾਰੇ ਠੀਕ ਨੇ। ਹਾਂਜੀ, ਪੁੱਤਰ ਤੁਮਾਰੋ ਹਰ ਗੋਬਿੰਦ, ਹਰ ਗੋਬਿੰਦ ਜੀ ਦਾ ਕੀ ਹਾਲ ਹੈ ਕਹਿਣ ਲੱਗੇ, ਉਹਨਾਂ ਬਾਰੇ ਵੀ ਦੱਸੋ। ਹਾਂਜੀ, ਬਾਲ ਅਵਸਥਾ ਅਹੈ ਆਨੰਦ, ਉਹ ਰਾਜੀ ਖੁਸ਼ੀ ਨੇ, ਠੀਕ ਨੇ, ਉਹਨਾਂ ਬਾਰੇ ਵੀ ਦੱਸੋ। ਹਾਂਜੀ, ਕੁਸ਼ਲੀ ਸਕਲ ਅਪਰ ਪਰਵਾਰਾ, ਸਭ ਸੁਖ ਸਾਥ ਸ਼ਰੀਰ ਤੁਮਾਰਾ। ਤੁਸੀਂ ਠੀਕ ਹੋ ਕਹਿਣ ਲੱਗੇ, ਕਿਉਂ ਵੱਡੇ ਨੇ ਨਾ, ਉਮਰ 'ਚ ਵੀ ਵੱਡੇ ਨੇ, ਤੇ ਤਾਂ ਫਿਰ ਵੱਡੇ ਪੁੱਛਦੇ ਹੀ ਹੁੰਦੇ ਆ ਜੀ। ਹਾਂਜੀ, ਸ਼੍ਰੀ ਅਰਜਨ ਸੁਨ ਕੇ ਸਭ ਸ਼੍ਰੋਣ, ਪਰ ਹੁਣ ਗੁਰੂ ਅਰਜਨ ਦੇਵ ਮਹਾਰਾਜ ਉੱਤਰ ਦਿੰਦੇ, ਧਿਆਨ ਨਾ ਸੁਣਿਓ ਜੀ। ਹਾਂਜੀ, ਕਹਿਓ ਕਿਰਪਾ ਤੁਮਰੀ ਸਭ ਭਉਨ। ਦੇਖੋ ਆਖੋ ਵਾਹਿਗੁਰੂ। ਵਾਹਿਗੁਰੂ। ਕਈ ਬੰਦੇ ਬਹੁਤੇ ਹੀ ਖੁਸ਼ਕ ਹੁੰਦੇ ਆ ਜੀ, ਗੱਲ ਵੀ ਉਹ ਖੁਸ਼ਕੀ ਕਰਦੇ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੀ ਤੁਹਾਡੀ ਕਿਰਪਾ ਦੇ ਨਾਲ ਸਾਰੇ ਹੀ ਠੀਕ ਨੇ, ਆਪਣੇ ਮਾਮੀ ਜੀ ਨੂੰ ਜੀ। ਹੁਣ ਜਿਹੜਾ ਸ਼ੰਕਾਲੂ ਬੰਦਾ ਨਾ ਜੀ, ਉਹ ਕਹੇਗਾ ਵੇਖੋ ਮਾਮੀ ਦੀ ਕਾਹਦੀ ਕਿਰਪਾ, ਕਿਰਪਾ ਅਕਾਲ ਪੁਰਖ ਦੀ ਆਖਣ ਜੀ। ਤੇ ਮੈਂ ਉਦਣ ਵੀ ਬੇਨਤੀ ਕੀਤੀ ਜੀ, ਜਿਹੜਾ ਬੰਦਾ ਤੁਹਾਨੂੰ ਵੇਖ ਕੇ ਖੁਸ਼ ਹੋ ਰਿਹਾ ਜੀ, ਹਾਂਜੀ, ਤੁਹਾਨੂੰ ਦੇਖ ਕੇ ਖੁਸ਼ ਹੋ ਰਿਹਾ, ਤੁਹਾਡੀ ਸੁੱਖ ਮੰਗਦਾ, ਸਮਝੋ ਕਿਰਪਾ ਹੀ ਕਰਨ ਦਿਆ ਜੀ ਤੁਹਾਡੇ ਤੇ ਜੀ। ਹਾਂਜੀ, ਹਰ ਬੰਦੇ ਦੀ ਕਿਰਪਾ ਹੈ ਜੀ, ਹਰ ਬੰਦੇ ਦੀ ਕਿਰਪਾ ਹੈਗੀ ਜੀ। ਹਾਂਜੀ, ਇਹ ਹੈ ਵੀ ਕੋਈ ਥੋੜੀ ਕਿਰਪਾ ਕਰਨ ਵਾਲਾ, ਕੋਈ ਬਹੁਤੀ ਕਿਰਪਾ ਕਰਨ ਵਾਲਾ ਜੀ। ਹਾਂਜੀ, ਕਿਰਪਾ ਦਾ ਕੀ ਅਰਥ ਹੈਗਾ ਜੀ? ਕਿਰਪਾ ਦਾ ਅਰਥ ਹੈਗਾ ਦਇਆ, ਤਰਸ। ਹਰ ਬੰਦੇ ਦੇ ਅੰਦਰ ਆਪਣਿਆਂ ਦੇ ਪ੍ਰਤੀ ਹੁੰਦਾ ਹੈ ਜੀ। ਹਾਂ, ਇਹ ਹੈ ਸਭ ਤੋਂ ਵੱਡਾ ਦਇਆ, ਤਰਸ, ਕਿਰਪਾ, ਮਿਹਰ ਜਿਹੜੀ ਹੈ ਉਹ ਰੱਬ ਅਕਾਲ ਪੁਰਖ ਦੀ ਹੈ। ਮਹਾਰਾਜ ਆਪਣੇ ਮਾਮੀ ਜੀ ਦਾ ਮਾਣ ਰੱਖਦੇ, ਕਹਿੰਦੇ ਜੀ ਤੁਹਾਡੀ ਕਿਰਪਾ ਨਾਲ ਠੀਕ ਠਾਕ ਹੈਗੀ, ਭਾਵ ਤੁਸੀਂ ਸਾਡਾ ਸੁੱਖ ਮੰਗਦੇ ਹੋ। ਹਾਂਜੀ, ਤੁਮਹੋਂ ਬੜੇ ਆਸ਼ਿਕਾ ਦੇਹੂ। ਵੇਖ ਲੋ ਆ ਗਈ ਨਾ ਅੱਗੇ ਉਹ ਗੱਲ। ਮਹਾਰਾਜ ਕਹਿਣ ਲੱਗੇ ਤੁਸੀਂ ਵੱਡੇ ਚ ਸਾਨੂੰ ਆਸ਼ੀਰਵਾਦ ਦਿੰਦੇ ਹੋ। ਹਾਂਜੀ, ਜਾਂ ਤੇ ਸਭ ਸੁਖ ਹਮਰੇ ਗ੍ਰੇਹੂ। ਇਸ ਕਰਕੇ ਸਾਡੇ ਘਰ ਸਭ ਸੁਖ ਸਾਂਦ ਹੈ ਕਹਿਣ ਲੱਗੇ। ਹਾਂਜੀ, ਇਮ ਸੁਨ ਮਾਤੁਲ ਪਤਨੀ ਫੇਰ, ਕਹਿ ਕਰੁਣਾ ਜੁਤ ਬਾਕ ਬਡੇਰ। ਤੇ ਅੱਗੋਂ ਫਿਰ ਉਹਨਾਂ ਨੇ ਬਚਨ ਕੀਤਾ ਜੀ ਬਾਬਾ ਮੋਹਰੀ ਜੀ ਦੇ ਘਰਦਿਆਂ ਨੇ। ਹਾਂਜੀ, ਰਾਮਦਾਸ ਅਰ ਬੀਬੀ ਭਾਨੀ, ਗਮਨੇ ਜੁਗ ਬੈਕੁੰਠ ਸਥਾਨੀ। ਕਹਿਣ ਲੱਗੇ ਮਹਾਰਾਜ ਜਦੋਂ ਦੇ ਸ੍ਰੀ ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਜੀ ਸੱਚਖੰਡ ਚਲੇ ਗਏ ਆ। ਹਾਂਜੀ, ਤਬ ਤੇ ਤੁਮਨੇ ਹਮੈ ਭੁਲਾਇਓ। ਤੁਸੀਂ ਤੇ ਸਾਨੂੰ ਭੁਲਾ ਹੀ ਦਿੱਤਾ ਕਹਿਣ ਲੱਗੇ, ਕਦੀ ਆਏ ਹੀ ਨਹੀਂ ਕਹਿਣ ਲੱਗੇ ਇਸ ਪਾਸੇ। ਹਾਂਜੀ, ਕਬਹੋ ਨਾ ਕੱਛ ਸੰਦੇਸ਼ ਪਠਾਇਓ। ਕਦੀ ਸੁਨੇਹਾ ਵੀ ਨਹੀਂ ਭੇਜਿਆ ਸਾਨੂੰ, ਤੁਸੀਂ ਤੇ ਭੁਲਾ ਹੀ ਦਿੱਤਾ ਸਾਨੂੰ ਕਹਿਣ ਲੱਗੇ। ਹਾਂਜੀ, ਮਿਲੇ ਨਾ ਪ੍ਰੇਮ ਧਾਰ ਕਬ ਆਈ। ਹਾਂ, ਮਿਲੇ ਨਾ ਪ੍ਰੇਮ ਧਾਰ ਕਬ ਆਈ। ਕਦੀ ਕਹਿਣ ਲੱਗੇ ਤੁਸੀਂ ਮਿਲਣ ਵਾਸਤੇ ਵੀ ਨਹੀਂ ਸਾਨੂੰ ਆਏ ਹੁਣ। ਹਾਂਜੀ, ਮਨਹੁ ਤਿਆਗ ਕੀਨਹੁ ਕੇ ਸਥਾਈ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਮਹਾਰਾਜ ਕਿਤੇ ਸਾਨੂੰ ਛੱਡ ਤਾਂ ਨਹੀਂ ਦਿੱਤਾ, ਸਾਨੂੰ ਤੇ ਆਸਰਾ ਹੀ ਤੁਹਾਡਾ ਹੈਗਾ ਕਹਿਣ ਲੱਗੇ। ਹਾਂਜੀ, ਇਮ ਬੋਲਤ ਰੋਦਨ ਕੋ ਠਾਨਾ। ਤੇ ਗੁਰੂ ਰਾਮਦਾਸ ਜੀ ਨੂੰ ਤੇ ਬੀਬੀ ਭਾਨੀ ਜੀ ਨੂੰ ਯਾਦ ਕਰਕੇ ਤੇ ਬਾਬਾ ਮੋਹਰੀ ਜੀ ਦੇ ਘਰ ਦੇ ਰੋਣ ਲੱਗ ਪਏ ਜੀ। ਹਾਂਜੀ, ਸਿਮਰ ਸਿਮਰ ਪਾਛਲ ਸੁਖ ਨਾਨਾ। ਪਿਛਲਾ ਸਮਾਂ ਯਾਦ ਕਰ ਕਰਕੇ, ਸੁੱਖ ਯਾਦ ਕਰ ਕਰਕੇ ਬੈਰਾਗ ਕਰਦੇ। ਵੇਖੋ ਇਹ ਇਸਤਰੀ ਭਾਗਾਂ ਵਾਲੀ ਹੈ।
ਇਹਨਾਂ ਦੇ ਸਹੁਰੇ ਦਾ ਨਾਮ ਹੈ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਕੋਈ ਸੌਖੀ ਗੱਲ ਨਹੀਂ ਹੈ ਜੀ, ਛੋਟੀ ਗੱਲ ਨਹੀਂ ਹੈ। ਫਿਰ ਗੁਰੂ ਰਾਮਦਾਸ ਸਾਹਿਬ ਮਹਾਰਾਜ ਨਾਲ ਬੜੀ ਗੂੜੀ ਰਿਸ਼ਤੇਦਾਰੀ ਹੈ ਜੀ। ਹਾਂਜੀ, ਸਭ ਪਰਿਵਾਰ ਮਿਲਿਓ ਤਬ ਰਹਿਓ। ਕਹਿਣ ਲੱਗੇ ਜੀ ਉਦੋਂ ਅਸੀਂ ਸਾਰੇ ਇਕੱਠੇ ਹੀ ਰਹਿੰਦੇ ਹੁੰਦੇ ਸਾਂ ਜੀ। ਗੋਇੰਦਵਾਲ ਸਾਹਿਬ ਵੀ ਤਿੰਨੋਂ ਗੁਰੂ ਰਹਿੰਦੇ ਸਨ ਜੀ। ਹਾਂਜੀ, ਅਬਹਿ ਵਿਛੋਹਾ ਕਿਤਨਕ ਲਹਿਓ। ਪਰ ਉਹ ਗੁਰੂ ਅਮਰਦਾਸ ਸਾਹਿਬ ਸਰੀਰ ਛੱਡ ਗਏ, ਗੁਰੂ ਰਾਮਦਾਸ ਜੀ ਛੱਡ ਗਏ, ਤੁਸੀਂ ਅੰਮ੍ਰਿਤਸਰ ਚਲੇ ਗਏ ਤੇ ਮਾਤਾ ਜੀ ਹੋਣੀ ਕਹਿੰਦੇ ਅਸੀਂ ਤੇ ਇਕੱਲੇ ਪੈ ਗਏ ਮਹਾਰਾਜ। ਹਾਂਜੀ, ਭਲਿਅਨ ਕੁਲ ਕੇ ਭੂਖਨ ਪਾਸ। ਸਭ ਇਕੱਠੇ ਰਹਿ ਏਕ ਆਵਾਸ। ਤੁਸੀਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਇਕੱਠੇ ਹੀ ਰਹਿੰਦੇ ਹੁੰਦੇ ਸੀ ਕਹਿਣ ਲੱਗੇ। ਹਾਂਜੀ, ਅਬ ਅਸ ਸਮਾ ਮਿਲਨ ਕਬ ਹੋਵਾ। ਬਹੁਤ ਦਿਨ ਮਹਿ ਤੁਮ ਦਰਸ਼ਨ ਜੋਵਾ। ਅੱਜ ਮਸਾਂ ਹੀ ਉਹ ਸਮਾਂ ਆਇਆ, ਕਹਿਣ ਲੱਗੇ ਤੁਹਾਡੇ ਦਰਸ਼ਨ ਹੋਏ, ਬਹੁਤ ਸਮਾਂ ਹੋ ਗਿਆ ਸੀ ਦਰਸ਼ਨ ਹੀ ਨਹੀਂ ਸੀ ਹੋਏ ਕਹਿਣ ਲੱਗੇ। ਹਾਂਜੀ, ਮਾਤੁਲ ਪਤਨੀ ਰੋਦਤ ਹੇਰੀ। ਸ਼੍ਰੀ ਗੁਰ ਨੇਤਰ ਅਸ਼ਰ ਤਬ ਗੇਰੀ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਗੱਜ ਕੇ ਵਾਹਿਗੁਰੂ। ਗੁਰੂ ਅਮਰਦਾਸ ਜੀ ਦਾ ਵਾਹਿਗੁਰੂ, ਗੁਰੂ ਅਰਜਨ ਦੇਵ ਜੀ ਦਾ ਹਿਰਦਾ ਬਹੁਤ ਕੋਮਲ ਹੈ, ਬਹੁਤ ਹੀ ਕੋਮਲ ਹੈ। ਜਦੋਂ ਮਹਾਰਾਜ ਨੇ ਵੇਖਿਆ ਨਾ ਸਾਡੇ ਮਾਮੀ ਜੀ ਰੋ ਰਹੇ ਨੇ, ਗੁਰੂ ਅਰਜਨ ਦੇਵ ਮਹਾਰਾਜ ਵੀ ਬੈਰਾਗੀ ਹੋ ਗਏ ਜੀ। ਉਹਨਾਂ ਦੇ ਘਰ ਬੈਠਿਆਂ ਉੱਥੇ ਕਹਿੰਦੇ ਆ ਸ਼੍ਰੀ ਗੁਰ ਨੇਤਰ ਅਸ਼ਰੂ ਤਬ ਗੇਰੀ। ਮਹਾਰਾਜ ਦੇ ਨੇਤਰਾਂ ਚੋਂ ਵੀ ਬੈਰਾਗ ਨਿਕਲਣ ਲੱਗ ਪਿਆ ਜੀ। ਹਾਂਜੀ, ਫਸੇ ਮੋਹ ਨਰ ਰੋਦਤ ਜੈਸੇ। ਹਾਂਜੀ, ਛਾਇਓ ਨੀਰ ਬਿਲੋਚਨ ਤੈਸੇ। ਕਹਿੰਦੇ ਉੱਤੋਂ ਵੇਖਣ ਨੂੰ ਪਤਾ ਕੀ ਲੱਗਦਾ, ਉੱਤੋਂ ਵੇਖਣ ਨੂੰ ਕੀ ਲੱਗਦਾ, ਜਿਵੇਂ ਕੋਈ ਮੋਹ 'ਚ ਫਸਿਆ ਹੋਇਆ ਬੰਦਾ ਰੋਂਦਾ ਹੈ। ਪਰ ਗੁਰੂ ਅਰਜਨ ਸਾਹਿਬ ਤੇ ਗੁਰੂ ਰਾਮਦਾਸ ਜੀ ਨੂੰ ਯਾਦ ਕਰਕੇ, ਆਪਣੇ ਨਾਨਾ ਗੁਰੂ ਜੀ ਨੂੰ ਯਾਦ ਕਰਕੇ ਤਾਂ ਹਿਰਦਾ ਦਰਵੀਭੂਤ ਹੋ ਗਿਆ ਹੈ ਜੀ। ਹਾਂਜੀ, ਦੀਰਘ ਸਵਾਸ ਲੇਤ ਬਹੁ ਬਾਰੀ। ਮੁਖ ਪਰ ਪੁਲਤ ਅਸ਼ਰ ਕੋ ਬਾਰੀ। ਤੇ ਸਾਧ ਸੰਗਤ ਜੀ ਫਿਰ ਮਹਾਰਾਜ ਕੁਝ ਸਮਾਂ ਟਿਕ ਗਏ, ਨੇਤਰ ਬੰਦ ਕਰ ਲਏ, ਸਾਰੇ ਚੁੱਪ ਹੋ ਗਏ ਜੀ। ਹੁਣ ਉਹ ਸਾਰੇ ਉਡੀਕ ਵਿੱਚ ਨੇ ਵੀ ਮਹਾਰਾਜ ਨੇਤਰ ਖੋਲਣ, ਅੱਗੋਂ ਗੱਲ ਕਰੀਏ ਜੀ। ਮਹਾਰਾਜ ਚੁੱਪ ਕਰਕੇ ਉੱਥੇ ਬੈਠੇ ਹੋਏ ਨੇ, ਨੇਤਰ ਬੰਦ ਨੇ, ਜੁੜੇ ਪਏ, ਸਮਾਧੀ ਲੱਗੀ ਹੈ ਜੀ। ਧਿਆਨ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਜੁੜ ਗਿਆ। ਜਦੋਂ ਬੰਦਾ ਪੁਰਾਣੀਆਂ ਥਾਵਾਂ 'ਤੇ ਜਾਵੇ ਨਾ ਜੀ, ਜਿਹੜੀਆਂ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਨੇ, ਉਹਨਾਂ ਥਾਵਾਂ 'ਤੇ ਜਦੋਂ ਜਾਂਦਾ ਹੈ, ਅਸਥਾਨਾਂ 'ਤੇ ਜਾਂਦਾ ਹੈ, ਫਿਰ ਬਹੁਤ ਕੁਝ ਚੇਤੇ ਆ ਜਾਂਦਾ ਜੀ। ਹਾਂਜੀ, ਆਮ ਥਾਵਾਂ 'ਤੇ ਮੋਹ ਫਸਿਆ ਹੁੰਦਾ ਨਾ ਜੀ ਬੰਦੇ ਦਾ, ਮੋਹ ਦੀਆਂ ਯਾਦਾਂ ਹੁੰਦੀਆਂ ਨੇ। ਇਹ ਤੇ ਮਹਾਨ ਅਸਥਾਨ ਨੇ, ਗੁਰੂਆਂ ਦੀ ਕਿਰਪਾ ਇੱਥੇ ਹੋਈ ਹੈ ਜੀ। ਬਚਨ ਚੇਤੇ ਆਏ, ਕਿਵੇਂ ਅਸੀਂ ਪਲੰਘੇ ਦਾ ਪਾਵਾ ਹਿਲਾਇਆ ਸੀ ਤੇ ਸਾਨੂੰ ਸਾਡੇ ਨਾਨਾ ਜੀ ਨੇ ਦੇਖ ਕੇ ਕਿਹਾ ਸੀ, ਦੋਹੇ ਥਾ ਬਾਣੀ ਕਾ ਬੋਹਿ ਥਾ। ਕਿਸੇ ਬੱਚੇ ਨੂੰ ਨੇੜੇ ਨਹੀਂ ਸੀ ਜਾਣ ਦਾ ਮੌਕਾ ਮਿਲਦਾ, ਸਾਨੂੰ ਨੇੜੇ ਜਾਣ ਦਾ ਮੌਕਾ ਮਿਲਦਾ ਸੀਗਾ। ਗੁਰੂ ਅਰਜਨ ਦੇਵ ਮਹਾਰਾਜ ਸਾਰੀਆਂ ਗੱਲਾਂ ਚੇਤੇ ਕਰਦੇ ਨੇ ਜੀ। ਨੇਤਰ ਬੰਦ ਨੇ, ਉੱਥੇ ਹੀ ਜੁੜ ਗਏ ਨੇ ਜੀ। ਸੋ ਅੱਗੇ ਜੋ ਹੋਏਗਾ ਉਹ ਕੱਲ ਨੂੰ ਸਰਵਣ ਕਰਾਂਗੇ। ਮਹਾਰਾਜ ਕਿਰਪਾ ਕਰਨ। ਵੱਡਿਆਂ ਦਾ ਇੱਜ਼ਤ ਮਾਣ ਸਤਿਕਾਰ ਕਿੰਨਾ ਰੱਖ ਰਹੇ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਮੈਨੂੰ ਮਾਫ ਕਰਿਓ, ਠੀਕ ਹੈ ਅੱਜ ਬੱਚੇ ਡਾਕਟਰ ਦੀ ਪੜ੍ਹਾਈ ਕਰਦੇ ਆ, ਕੋਈ ਇੰਜੀਨੀਅਰ ਬਣ ਰਿਹਾ, ਕੋਈ ਵਕੀਲ ਬਣ ਰਿਹਾ, ਪਰ ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਤੇ ਹੈਗਾ ਉਹਨਾਂ ਕੋਲ ਜੀ। ਨਾ, ਮੈਨੂੰ ਦੱਸਣ ਦੇ ਸੀ ਗੁਰਮੁਖ, ਕਹਿੰਦੇ ਅਸੀਂ ਵਿਦੇਸ਼ ਰਹੇ ਜੀ ਥੋੜਾ ਸਮਾਂ। ਕਹਿਣ ਲੱਗੇ ਬੱਚੇ ਜਿਹੜੇ ਕਮਰੇ ਵੱਖੋ ਵੱਖਰੇ ਜੀ। ਹਾਂਜੀ, ਤੇ ਫੋਨ ਸਾਰਿਆਂ ਦੇ ਕੋਲ ਹੈਗੇ, ਕੋਈ ਕਿਸੇ ਨੂੰ ਬੁਲਾਉਂਦਾ ਹੀ ਨਹੀਂ। ਕਹਿਣ ਲੱਗੇ ਕੋਈ ਨਹੀਂ ਬੁਲਾਉਂਦਾ ਕਿਸੇ ਨੂੰ। ਤੇ ਦੱਸੋ ਡਾਕਟਰੀ ਕੀ ਕਰਨੀ ਜੀ? ਇਹੋ ਜੀ ਡਾਕਟਰੀ ਕੀ ਕਰਨੀ ਜੀ, ਜਿੱਥੇ ਕਿਸੇ ਦਾ ਇੱਜ਼ਤ ਮਾਣ ਸਤਿਕਾਰ ਹੀ ਨਹੀਂ ਹੈਗਾ ਜੀ। ਉਹੋ ਜਿਹੇ ਵਕੀਲਗੀ ਕੀ ਕਰਨੀ ਜੀ ਬੰਦੇ ਨੇ ਜੀ। ਜ਼ਿੰਦਗੀ ਜਿਉਣ ਦਾ ਜਿਹੜਾ ਢੰਗ ਹੈ, ਤਰੀਕਾ ਹੈ, ਉਹ ਨਹੀਂ ਆ ਰਿਹਾ ਜੀ।
ਸੱਚੇ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ। ਬਹੁਤ ਸਾਰਿਆਂ ਦੀ ਜ਼ਿੰਦਗੀ ਤੇ ਮੋਬਾਈਲ ਨੇ ਬਿਜੀ ਕਰਤੀ ਜੀ। ਹਾਂਜੀ, ਲਾਗੇ ਬਾਪ ਬੈਠਾ, ਪੁੱਤ ਬਾਪ ਨਾਲ ਗੱਲ ਨਹੀਂ ਕਰਨ ਦਿਆ ਜੀ। ਕਿਉਂ? ਵਟਸਐਪ ਤੇ ਡਿਆ ਜੀ, ਫੇਸਬੁੱਕ ਚਲਾ ਰਿਹਾ ਜੀ। ਬਾਪ ਸਵੇਰ ਦਾ ਡੀਕਦਾ ਵੀ ਆਏਗਾ, ਗੱਲਬਾਤ ਕਰੇਗਾ, ਪੁੱਤ ਕੋ ਟਾਈਮ ਹੀ ਨਹੀਂ ਹੈਗਾ ਜੀ। ਮਹਾਰਾਜ ਆਪ ਗੁਰੂ ਹੁੰਦਿਆਂ ਹੋਇਆ, ਪਰਮੇਸ਼ਰ ਹੁੰਦਿਆਂ ਹੋਇਆ, ਜਿਹੜੇ ਇੱਕ ਇੱਕ ਖਿੰਨ ਚ ਨਾਮ ਜਪਦੇ ਆ, ਤਾਂ ਵੀ ਵੱਡਿਆਂ ਦਾ ਸਤਿਕਾਰ ਰੱਖ ਰਹੇ ਨੇ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਅੱਗੋਂ ਕਥਾ ਆਪਾਂ ਕੱਲ ਨੂੰ ਸਰਵਣ ਕਰਾਂਗੇ। ਪਿਆਰ ਨਾਲ ਸਾਵਧਾਨ ਹੋ ਕੇ ਗੱਜ ਕੇ ਕਹੋ ਜੀ, ਵਾਹਿਗੁਰੂ 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 ਐਂ ਸਾਵਧਾਨ ਹੋ ਕੇ ਪ੍ਰੇਮ ਨਾਲ ਤੇ ਜੁੜ ਕੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਣਾ ਵੀ ਅਸੀਂ ਜਪ ਰਹੇ ਹਾਂ। ਵਾਹਿਗੁਰੂ 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 ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ ਜੀ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ।